ਪ੍ਰਾਕਥਨ। ਅਗਲੇ ਸ਼ਬਦ ਵਿੱਚ ਜਲ ਦੀ ਲਖਤਾ ਵਾਲੀ ਮੱਛੀ ਦੇ ਦ੍ਰਿਸ਼ਟਾਂਤ ਵਿੱਚ ਪ੍ਰੀਤਵਾਨ ਜਗਿਆਸੂ ਦੇ ਦਰਸ਼ਨ ਕਰਾਏ ਹਨ, ਜੋ ਉੱਤਮ ਪੁਰਖ ਦੀ ਅਰਦਾਸ ਦੁਆਰਾ ਹਜ਼ੂਰੀ ਵਾਸ ਦੇ ਜਗਿਆਸੂਆਂ ਲਈ ਇੱਕ ਪਰਮ ਉੱਚਾ ਸਰਵਕਾਲੀ ਉਪਦੇਸ਼ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਚੌਥਾ। ਤੂ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾ। ਹੇ ਮੇਰੇ ਸਾਹਿਬ, ਤੂੰ ਸਮੁੰਦਰ ਵਾਂਗੂ ਅਸਗਾਹ ਹੈ, ਭਾਵ ਤੂੰ ਬੇਅੰਤ ਹੈ। ਤੂੰ ਸਭ ਕੁਝ ਦੇਖਣੇ ਵਾਲਾ, ਸਭ ਕੁਝ ਜਾਣਨੇ ਵਾਲਾ ਸਰਬੱਗ ਹੈ। ਮੈਂ ਮਛਲੀ ਵਾਂਗੂ ਅਲਪੱਗ ਹਾਂ, ਤੇਰਾ ਅੰਤ ਮੈਂ ਕੀਕੂ ਪਾ ਸਕਦੀ ਹਾਂ। ਪਰ ਮੈਂ ਤੈਨੂੰ ਲੱਖ ਲਿਆ ਹੈ ਕਿ ਤੂੰ ਅਨੰਤ ਤੇ ਸਰਬੱਗ ਹੁੰਦਿਆਂ ਸਰਬ ਵਿਆਪੀ ਵੀ ਹੈ, ਕਿਉਂਕਿ ਜਹ ਜਹ ਦੇਖਾ ਤਹ ਤਹ ਤੂ ਹੈ, ਤੁਝ ਤੇ ਨਿਕਸੀ ਫੂਟ ਮਰਾ। ਜਿੱਧਰ ਜਿੱਧਰ ਮੈਂ ਦੇਖਦੀ ਹਾਂ, ਉਧਰ ਉਧਰ ਤੂੰ ਵਿਆਪਕ ਹੋ ਰਿਹਾ ਹੈ। ਜੇ ਮੈਂ ਮੱਛਲੀ ਤੇਰੇ ਵਿੱਚੋਂ ਬਾਹਰ ਨਿਕਲ ਜਾਵਾਂ ਤਾਂ ਫੁੱਟ ਮਰਦੀ ਹਾਂ, ਭਾਵ ਤੈਨੂੰ ਭੁੱਲ ਜਾਵਾਂ ਤਾਂ ਉਹ ਦਸ਼ਾ ਮੌਤ ਤੁਲ ਹੁੰਦੀ ਹੈ। ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਰੈ। ਮਲਾਰ ਮਹੱਲਾ ਚੌਥਾ। ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾ ਦੁਖ ਲਾਗੈ ਤਾਂ ਤੁਝੈ ਸੰਭਾਲੀ। ਰਹਾਉ। ਤੇਰੇ ਵਿੱਚ ਵਸਦਿਆਂ ਭਾਵ ਤੇਰੀ ਯਾਦ, ਤੇਰੀ ਹਜ਼ੂਰੀ ਨੂੰ ਲਖਦਿਆਂ ਹੋਇਆਂ ਮੈਂ ਮਛਲੀ ਦਾ ਨਾ ਤਾਂ ਮਾਛੀ ਦੀ ਪ੍ਰਵਾਹ ਕਰਦੀ ਹਾਂ, ਨਾ ਉਸ ਦੇ ਜਾਲ ਦੀ। ਜਦ ਕੋਈ ਦੁੱਖ ਆ ਵਾਪਰਦਾ ਹੈ ਤਾਂ ਮੈਂ ਤੈਨੂੰ ਯਾਦ ਕਰਦੀ ਹਾਂ, ਭਾਵ ਮਾਛੀ ਰੂਪ ਜਮ ਤੇ ਮੌਤ ਰੂਪ ਜਾਲ ਦੀ ਪ੍ਰਵਾਹ ਨਹੀਂ ਕਰਦੀ। ਤੇ ਜੋ ਹੋਰ ਦੁੱਖ ਆ ਪੈਂਦੇ ਹਨ, ਉਸ ਵੇਲੇ ਦੁੱਖ ਵਿੱਚ ਨਹੀਂ ਸੰਤਾਪਦੀ, ਉਸ ਵੇਲੇ ਆਪ ਨੂੰ ਸਿਮਰਦੀ ਹਾਂ। ਰਹਾਉ। ਹੁਣ ਮੱਛੀ ਦਾ ਦ੍ਰਿਸ਼ਟਾਂਤ ਮੁੱਕ ਗਿਆ ਹੈ। ਅੱਗੋਂ ਹੁਣ ਸਫਟ ਸਿੱਧੀ ਅਰਦਾਸ ਜਗਿਆਸਾ ਭਾਵ ਵਾਲੀ ਕਰਦੇ ਹਨ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਛ ਕਰੀ ਸੋ ਤੇਰੇ ਹਦੂਰ। ਹੇ ਸੁਆਮੀ, ਤੂੰ ਸਾਰੇ ਪਰਿਪੂਰਨ ਹੈ, ਪਰ ਮੈਂ ਤੈਨੂੰ ਕੁਕਰਮ ਕਰਨ ਵੇਲੇ ਦੂਰ ਜਾਣ ਲੈਂਦਾ ਹਾਂ। ਇਸ ਲਈ ਮੈਂ ਜੋ ਕੁਛ ਕਰਦਾ ਹਾਂ ਸੋ ਤੇਰੀ ਹਜ਼ੂਰੀ ਵਿੱਚ ਕਰਦਾ ਹਾਂ। ਤੂੰ ਦੇਖ ਹੈ ਹਉ ਮੁਕਰ ਪਾਉ, ਤੇਰੇ ਕੰਮ ਨਾ ਤੇਰੇ ਨਾਏ। ਹਾਂ, ਤੂੰ ਮੇਰੇ ਕਰਮਾਂ ਨੂੰ ਦੇਖਦਾ ਹੁੰਦਾ ਹੈ ਤੇ ਮੈਂ ਫੇਰ ਵੀ ਮੁਕਰਦਾ ਰਹਿੰਦਾ ਹਾਂ। ਨਾ ਮੈਂ ਤੇਰੇ ਕੰਮ ਵਿੱਚ ਹਾਂ, ਨਾ ਮੈਂ ਤੇਰੇ ਨਾਮ ਵਿੱਚ ਹਾਂ, ਭਾਵ ਨਾ ਤਾਂ ਮੈਂ ਉਹਨਾਂ ਕੰਮਾਂ ਦੇ ਕਰਨ ਵਿੱਚ ਪ੍ਰਵਿਰਤ ਹਾਂ ਜੋ ਕੰਮ ਕੇ ਤੇਰੇ ਪਸੰਦ ਹਨ, ਨਾ ਮੈਂ ਤੇਰੇ ਨਾਮ ਸਿਮਰਨ ਵਿੱਚ ਹਾਂ। ਜੇਤਾ ਦੇਹੇ ਤੇਤਾ ਹਉ ਖਾਉ, ਬਿਆ ਦਰ ਨਾਹੀ ਕੈ ਦਰ ਜਾਉ। ਇਸ ਤਰ੍ਹਾਂ ਦਾ ਨਾ ਫੁਰਮਾਨ ਤੇ ਗੈਰ ਹਾਜ਼ਰ ਹੋ ਕੇ ਵੀ ਮੈਂ ਢੀਠ, ਜਿੰਨਾ ਕੁਛ ਆਪ ਬਖਸ਼ੀ ਜਾਂਦੇ ਹੋ ਉਤਨਾ ਹੀ ਮੈਂ ਭੋਗੀ ਜਾਂਦਾ ਹਾਂ। ਪਰ ਮੈਂ ਕਰਾਂ ਕੀ, ਤੇਰੇ ਬਿਨਾ ਕੋਈ ਦੂਸਰਾ ਹੋਰ ਦਰਵਾਜ਼ਾ ਹੈ ਨਹੀਂ। ਮੈਂ ਹੋਰ ਕਿਸ ਦਰਵਾਜ਼ੇ ਜਾਵਾਂ ਜਿੱਥੋਂ ਮੈਨੂੰ ਖੈਰ ਪਵੇ। ਇਸ ਲਈ ਨਾਨਕ ਏਕ ਕਰੈ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਨਾਨਕ ਇੱਕ ਅਰਦਾਸ ਕਰਦਾ ਹੈ ਕਿ ਮੇਰੀ ਆਤਮਾ ਤੇ ਸਰੀਰ ਸਭ ਆਪ ਦੇ ਪਾਸ ਅਰਪਣ ਹੋਇਆ ਰਹੇ। ਇੱਥੇ ਅਰਦਾਸ ਦਾ ਭਾਵ ਸਮਾਪਤ ਹੈ। ਹੁਣ ਆਪਣੇ ਮਨ ਨੂੰ ਵਿਆਪਕ ਦੀ ਸਦਾ ਹਾਜ਼ਰ ਹਜ਼ੂਰੀ ਦੀ ਲਖਤਾ ਵਿੱਚ ਤੇ ਹੁਕਮ ਮੰਨਣ ਵਿੱਚ ਹੋਰ ਦ੍ਰਿੜ ਕਰਦੇ ਹਨ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ। ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ। ਆਪ ਹੀ ਉਹ ਮੇਰਾ ਸਾਹਿਬ ਨੇੜੇ ਹੈ, ਆਪ ਹੀ ਦੂਰ ਹੈ, ਆਪ ਹੀ ਨੇੜੇ ਦੂਰ ਦੇ ਵਿੱਚ ਵਿਚਾਲੇ ਹੈ। ਆਪ ਹੀ ਵੇਖਦਾ ਹੈ ਸਭ ਦੇ ਕਰਮਾਂ ਨੂੰ ਤੇ ਆਪਣੀ ਕੀਤੀ ਨੂੰ ਆਪੇ ਹੀ ਸੁਣਦਾ ਹੈ ਸਭ ਦੀ ਅਰਦਾਸ। ਹਾਂ, ਉਹ ਆਪ ਹੀ ਆਪਣੀ ਸ਼ਕਤੀ ਦੁਆਰਾ ਰਚ ਦਿੰਦਾ ਹੈ ਜਹਾਨ। ਜੋ ਤਿਸ ਭਾਵੈ ਨਾਨਕਾ,
ਹੁਕਮ ਸੋਈ ਪਰਵਾਨੋ। ਇਸ ਲਈ ਜੋ ਉਸ ਨੂੰ ਭਾਵੇ ਉਹੀ ਹੁੰਦਾ ਹੈ ਤੇ ਉਸ ਦਾ ਉਹੀ ਹੁਕਮ ਹੈ। ਹੇ ਨਾਨਕ, ਸਾਨੂੰ ਸਦਾ ਪ੍ਰਵਾਨ ਰਹੇ। ਵਿਆਖਿਆ। ਮੱਛੀ ਜੋ ਇਸ ਸ਼ਬਦ ਵਿੱਚ ਆਈ ਹੈ, ਉਸ ਦੀ ਠੀਕ ਸਮਝ ਇੱਕ ਕਹਾਣੀ ਤੋਂ ਆਉਂਦੀ ਹੈ। ਇੱਕ ਮੱਛੀ ਨੇ ਕੱਛੂ ਨੂੰ ਪੁੱਛਿਆ ਕਿ ਭਾਈ, ਮੈਂ ਸੁਣਦੀ ਹਾਂ ਕਿ ਕੋਈ ਵਸਤੂ ਹੈ, ਜਲ, ਸਾਗਰ, ਵਿਆਪਕ। ਉਸ ਦੇ ਆਧਾਰ ਸਾਰੇ ਜਿਉਂਦੇ ਹਨ। ਉਹ ਸੀਤਲ ਹੈ, ਸੁਖਦਾਈ ਹੈ। ਤੈਨੂੰ ਕੁਝ ਪਤਾ ਹੈ ਕਿ ਉਹ ਕਿੱਥੇ ਹੁੰਦਾ ਹੈ? ਕੱਛੂ ਨੇ ਕਿਹਾ, ਮੈਨੂੰ ਪਤਾ ਹੈ, ਪਰ ਕੁੜੀਏ, ਉਹ ਤੇਰੇ ਲਈ ਬੜੀ ਦੂਰ ਹੈ ਤੇ ਮੌਤ ਥਾਣੀ ਲੰਘ ਕੇ ਉਸ ਪਾਸ ਪਹੁੰਚੀਦਾ ਹੈ। ਮੱਛੀ ਨੇ ਕਿਹਾ, ਮੈਨੂੰ ਲੈ ਚੱਲ, ਸਭ ਦੁੱਖ ਸਹਾਂਗੀ। ਤਦ ਕੱਛੂ ਉਸ ਨੂੰ ਪਿੱਠ ਤੇ ਚੜਾ ਕੇ ਲੈ ਤੁਰਿਆ ਤੇ ਬਾਹਰ ਬਰੇਤੇ ਵਿੱਚ ਲਿਆ ਕੇ ਸੱਟ ਦਿੱਤਾ। ਮੱਛੀ ਤੜਫੀ। ਜਦ ਡਿੱਠੋ ਸੋ ਕੇ ਬਹੁਤ ਵਿਆਕੁਲ ਹੈ ਤਾਂ ਪਿੱਠ ਤੇ ਚੜਾ ਕੇ ਫੇਰ ਲਿਆ ਪਾਣੀ ਵਿੱਚ ਸੁੱਟਿਆ ਤੇ ਕਿਹਾ, ਮੱਛੀਏ, ਆ ਹੈ ਜਲ ਦਾ ਸਾਗਰ। ਤਦ ਮੱਛੀ ਨੂੰ ਜਲ ਦੀ ਲਖਤਾ ਪ੍ਰਾਪਤ ਹੋ ਗਈ। ਇਸ ਸ਼ਬਦ ਵਿੱਚ ਜਿਸ ਮੱਛੀ ਦਾ ਜ਼ਿਕਰ ਹੈ, ਉਹ ਇਹ ਮੱਛਲੀ ਹੈ ਜਿਸ ਨੂੰ ਜਲ ਦੀ ਲਖਤਾ ਹੋ ਗਈ ਹੈ। ਆਮ ਗਾਫਲ ਮੱਛੀ ਦਾ ਜ਼ਿਕਰ ਇਸ ਸ਼ਬਦ ਵਿੱਚ ਨਹੀਂ ਹੈ, ਜੋ ਜਲ ਵਿੱਚ ਵਸਦੀ ਜਲ ਨੂੰ ਲਖ ਨਹੀਂ ਰਹੀ। ਦ੍ਰਿਸ਼ਟਾਂਤ ਵਿੱਚ ਭਾਵ ਆਮ ਗਾਫਲ ਇਨਸਾਨ ਤੋਂ ਨਹੀਂ, ਪਰ ਉਸ ਜਗਿਆਸੂ ਤੋਂ ਹੈ ਜੋ ਹਜ਼ੂਰੀ ਵਿੱਚ ਵਸਦਾ ਹੈ ਤੇ ਵਿਆਪਕਤਾ ਦੀ ਲਖਤਾ ਰੱਖਦਾ ਹੈ, ਜੋ ਆਖ ਸਕਦਾ ਹੈ ਕਿ ਹੇ ਵਿਆਪਕ ਵਾਹਿਗੁਰੂ, ਤੂੰ ਅਨੰਤ ਹੈ ਤੇ ਅਪਹੁੰਚ ਹੈ, ਤੂੰ ਸਰਵੱਗ ਹੈ, ਤੂੰ ਸਰਬ ਵਿਆਪੀ ਹੈ। ਮੈਂ ਤੇਰੇ ਵਿੱਚ ਹਾਂ ਜਿਵੇਂ ਮੱਛਲੀ ਜਲ ਵਿੱਚ ਹੈ। ਭਾਵ ਕਿ ਮੈਂ ਨਿਰਾ ਸਾਧਾਰਨ ਤੌਰ ਤੇ ਹੀ ਤੇਰੇ ਵਿੱਚ ਨਹੀਂ, ਮੈਂ ਤੇਰੀ ਹਜ਼ੂਰੀ ਦੀ ਲਖਤਾ ਵਿੱਚ ਤੇਰੇ ਵਿੱਚ ਵਸ ਰਿਹਾ ਹਾਂ। ਤੇਰੀ ਇਸ ਲਖਤਾ ਨੂੰ ਭੁੱਲ ਜਾਵਾਂ ਤਾਂ ਮੈਨੂੰ ਮੌਤ ਤੁਲ ਦੁੱਖ ਹੁੰਦਾ ਹੈ। ਆਖਾ ਜੀਵਾ ਵਿਸਰੈ ਮਰ ਜਾਓ। ਆਸਾ ਮਹੱਲਾ ਪਹਿਲਾ। ਜਿਸ ਤਰ੍ਹਾਂ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਰਾਮਕਲੀ ਮਹੱਲਾ ਤੀਜਾ। ਆਨੰਦ। ਤੇ ਜਦ ਮੈਂ ਤੇਰੀ ਯਾਦ ਵਿੱਚ ਹੁੰਦਾ ਹਾਂ ਤਾਂ ਮੈਨੂੰ ਨਾ ਕਾਲ ਦੀ ਪ੍ਰਵਾਹ ਹੁੰਦੀ ਹੈ ਨਾ ਜਮ ਦੀ। ਜੇ ਕਰਮ ਵਸ ਦੁੱਖ ਸੁੱਖ ਆ ਵਾਪਰਦੇ ਹਨ ਤਾਂ ਵੀ ਮੈਨੂੰ ਆਸਰਾ ਤੇਰੀ ਯਾਦ ਦਾ ਹੀ ਹੁੰਦਾ ਹੈ ਤੇ ਮੈਂ ਮਨ ਨੂੰ ਸਮੋਧ ਕਰਦਾ ਹਾਂ ਕਿ ਮੇਰੇ ਮਨ, ਤੂੰ ਯਾਦ ਤੋਂ ਬਾਹਰ ਨਾ ਆ। ਐਸਾ ਪੁਰਖ ਜਗਿਆਸੂ ਹੈ ਜੋ ਅਜੇ ਸਿਖਰ ਦਾ ਗੁਰਮੁਖ ਨਹੀਂ ਹੋਇਆ, ਪਰ ਜੋ ਕਾਲ ਵਿੱਚ ਹੈ, ਹਜ਼ੂਰੀ ਦੀ ਲਖਤਾ ਵਿੱਚ ਹੈ, ਤੇ ਜੇ ਕਦੀ ਉਸ ਦੀ ਇਸ ਪ੍ਰਤੀਤੀ ਵਿੱਚ ਵਿਘਨ ਪੈਂਦਾ ਹੈ ਤਾਂ ਉਸ ਨੂੰ ਦੁੱਖ ਹੁੰਦਾ ਹੈ। ਦੁੱਖ ਹੋਣ ਤੇ ਛੱਡਦਾ ਨਹੀਂ, ਆਪਣੀ ਭੁੱਲ ਸਵਾਈ ਕਰਕੇ ਮੰਨਦਾ ਹੈ। ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਆਪ ਦਾ ਦਰ ਛੱਡ ਕੇ ਕਿੱਥੇ ਜਾਵਾਂ। ਸ਼ੁਕਰ ਕਰਦਾ ਹੈ ਤੇ ਸਾਈਂ ਦੇ ਦਿੱਤੇ ਦੇ ਧੰਨਵਾਦ ਦਾ ਭਾਵ ਅੰਦਰ ਵਸਾਉਂਦਾ ਹੈ। ਚਾਹੁੰਦਾ ਹੈ ਕਿ ਮੈਂ ਵੀ ਕੁਛ ਅਰਪਣ ਕਰਾਂ, ਪਰ ਸਮਝਦਾ ਹੈ ਕਿ ਆਪਣਾ ਤਾਂ ਕੁਛ ਹੈ ਹੀ ਨਹੀਂ, ਅਰਪਣ ਕੀ ਕਰਾਂ। ਉਹ ਫਿਰ ਉਸੇ ਦਾ ਦਿੱਤਾ ਜੀਓ ਤੇ ਸਰੀਰ ਅਰਪਣ ਕਰਦਾ ਹੈ। ਇਸ ਅਰਪਣ ਵਿੱਚ ਦੂਹਰਾ ਭਾਵ ਹੈ। ਅਰਪਣ ਕਰਨਾ, ਕੀਤਾ ਜਾਣਨਾ, ਸ਼ੁਕਰੀਆ ਕਰਨਾ ਤੇ ਪਿਆਰੇ ਨੂੰ ਪਿਆਰ ਕਰਨਾ ਹੈ। ਪਰ ਐਸਾ ਕਰਨੇ ਨਾਲ ਆਪਾ ਭਾਵ ਸਮਰਪਣ ਹੋ ਜਾਂਦਾ ਹੈ। ਹਉਮੈ ਬਿਲਾ ਜਾਂਦੀ ਹੈ। ਹਉਮੈ ਦੇ ਬਿਲਾ ਜਾਣ ਨਾਲ ਹੁਕਮ ਨਦਰੀ ਆ ਜਾਂਦਾ ਹੈ ਕਿ ਜੋ ਕੁਛ ਵਰਤ ਰਿਹਾ ਹੈ ਹੁਕਮ ਹੈ। ਉਸ ਹੁਕਮ ਨਾਲ ਅਜੋੜ ਨਹੀਂ ਰਹਿੰਦਾ, ਅਨੁਕੂਲਤਾ ਹੋ ਜਾਂਦੀ ਹੈ। ਇਹ ਅਨੁਕੂਲਤਾ ਤਦ ਰੂਪਤਾ ਵਿੱਚ ਲੈ ਜਾਂਦੀ ਹੈ ਨਿਰੁਕਤ। ਤੂੰ ਦਾ ਭਾਵ ਹੈ ਤੂੰ, ਭਾਵ ਹੈ ਵਾਹਿਗੁਰੂ। ਇਸ ਸਾਰੇ ਸ਼ਬਦ ਵਿੱਚ ਸੰਗਿਆ ਪਦ ਕੋਈ ਨਹੀਂ ਜਿਸ ਨੂੰ ਸੰਬੋਧਨ ਕਰ ਰਹੇ ਹਨ। ਸਰਵ ਨਾਮ ਤੂੰ ਦੁਆਰਾ ਹੀ ਕਰਤਾਰ ਨੂੰ ਆਰਾਧ ਰਹੇ ਹਨ। ਜਾਪਦਾ ਹੈ ਕਿ ਇਹ ਸ਼ਬਦ ਪਿਛਲੇ ਦੀ ਹੀ ਲੜੀ ਵਿੱਚ ਹੈ ਤੇ ਪਿਛਲੇ ਸ਼ਬਦ ਵਿੱਚ ਕਹੇ ਪਦ ਸਾਹਿਬ ਵਾਸਤੇ ਹੀ ਤੂੰ ਪਦ ਵਰਤਿਆ ਹੈ। ਦਰਿਆਓ ਦਾ ਭਾਵ ਹੈ ਫਾਰਸੀ ਵਿੱਚ ਦਰਿਆ, ਨਦੀ। ਫਾਰਸੀ ਵਿੱਚ ਸਮੁੰਦਰ ਨੂੰ ਵੀ ਆਖਦੇ ਹਨ। ਇੱਥੇ ਅਰਥ ਸਮੁੰਦਰ ਹੀ ਹੈ। ਸਮੁੰਦਰ ਅਸਗਾਹ ਤੇ ਵਿਸ਼ਾਲ ਹੋਣ ਕਰਕੇ
ਗੁਰਬਾਣੀ ਵਿੱਚ ਕਈ ਵੇਰ ਵਾਹਿਗੁਰੂ ਨੂੰ ਸਮੁੰਦਰ ਕਿਹਾ ਗਿਆ ਹੈ। ਭਾਵ ਅਨੰਤ ਪ੍ਰਮਾਤਮਾ ਤੋਂ ਹੁੰਦਾ ਹੈ। ਦਾਨਾ ਬੀਨਾ ਦਾ ਭਾਵ ਹੈ ਫਾਰਸੀ ਵਿੱਚ ਦਾਨਾ ਭਾਵ ਜਾਣਨੇ ਵਾਲਾ, ਬੀਨਾ ਭਾਵ ਦੇਖਣ ਵਾਲਾ। ਜਾਣਨ ਤੇ ਦੇਖਣ ਵਾਲਾ ਭਾਵ ਸਰਬੱਗ ਤੋਂ ਹੈ, ਜੋ ਜੀਵਾਂ ਦੇ ਦਿਲਾਂ ਦੀ ਜਾਣਦਾ ਤੇ ਉਹਨਾਂ ਦੇ ਕਰਮਾਂ ਨੂੰ ਵੇਖਦਾ ਹੈ। ਮਛਲੀ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਮਤਸੀ, ਪ੍ਰਾਕਿਰਤੀ ਵਿੱਚ ਮੱਛ, ਪੰਜਾਬੀ ਵਿੱਚ ਮੱਛ, ਮੱਛੀ, ਮੱਛਲੀ। ਇੱਥੇ ਭਾਵ ਉਸ ਦੇ ਜਲ ਪ੍ਰੇਮ ਤੋਂ ਪ੍ਰੀਤਵਾਨ ਜਗਿਆਸੂ ਦਾ ਹੈ, ਜੋ ਜਲ ਦੀ ਲਖਤਾ ਵਿੱਚ ਹੈ। ਆਮ ਮੱਛੀ ਵਾਂਗੂ ਜਲ ਵਿੱਚ ਹੁੰਦਿਆਂ ਜਲ ਲਖਤਾ ਤੋਂ ਅਗਿਆਤ ਨਹੀਂ, ਪਰ ਅਜੇ ਪੂਰਨ ਪਦ ਤੇ ਅਪੜਨ ਵਾਲਾ ਹੈ। ਮੇਓ ਦਾ ਭਾਵ ਹੈ ਪੰਜਾਬੀ ਵਿੱਚ ਮੇਓ ਭਾਵ ਮਲਾਹ, ਝੀਵਰ। ਮਲਾਹ ਤੇ ਝੀਵਰ ਦੋਏ ਮੱਛੀਆਂ ਵੀ ਫੜਦੇ ਹਨ, ਇਸ ਕਰਕੇ ਮੇਓ ਦਾ ਅਰਥ ਹੈ ਮਾਛੀ, ਮੱਛੀਆਂ ਫੜਨ ਵਾਲਾ ਭਾਵ ਹੈ ਜਮ ਤੋਂ। ਜਾਲੀ ਦਾ ਭਾਵ ਹੈ ਸੰਸਕ੍ਰਿਤ ਵਿੱਚ ਜਾਲੰ, ਛੋਟੇ ਜਾਲ ਨੂੰ ਜਾਲੀ ਆਖਦੇ ਹਨ। ਇੱਥੇ ਜਾਲੀ ਦਾ ਅਰਥ ਜਾਲ ਲਾਉਣ ਵਾਲਾ ਨਹੀਂ ਹੈ, ਕਿਉਂਕਿ ਮੇਓ ਮੱਛੀ ਫੜਨ ਵਾਲਾ ਜਾਂ ਜਾਲੀ ਲਾਉਣ ਵਾਲਾ ਮੇਓ ਪਦ ਵਿੱਚ ਆ ਚੁੱਕਾ ਹੈ। ਵਿਆਹ ਦਾ ਭਾਵ ਹੈ ਲਹਿੰਦਾ, ਪੰਜਾਬੀ ਵਿੱਚ ਦੂਸਰਾ, ਹੋਰ ਕੋਈ। ਮਿਆਨੋ ਦਾ ਭਾਵ ਫਾਰਸੀ ਵਿੱਚ ਮਿਆਨ ਹੈ, ਵਿਚਕਾਰ, ਵਿੱਚ ਵਿਚਾਲੇ। ਜਹਾਨੋਂ ਦਾ ਭਾਵ ਫਾਰਸੀ ਵਿੱਚ ਜਹਾਨ, ਦੁਨੀਆ। ਪ੍ਰਵਾਨੋਂ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪ੍ਰਮਾਣੰ, ਪੰਜਾਬੀ ਵਿੱਚ ਪ੍ਰਮਾਣ, ਮਨਜ਼ੂਰ, ਕਬੂਲ। ਤਿੰਨਾਂ ਪਦਾਂ ਨੂੰ ਦੋ ਮਾਤਰਾ ਹਨ, ਔਂਕੜ ਤੇ ਹੋੜਾ। ਅਰਥ ਕਰਨ ਵਾਸਤੇ ਔਂਕੜ ਦਿੱਤਾ ਹੈ ਕਿ ਇਹਨਾਂ ਦਾ ਅਰਥ ਭਾਵ ਹੈ ਮਿਆਨ, ਜਹਾਨ ਤੇ ਪ੍ਰਵਾਨ। ਹੋੜਾ ਹੋਣ ਕਰਕੇ ਅਰਥ ਨਹੀਂ ਬਦਲਣਾ, ਕਿਉਂਕਿ ਉਹ ਸੈਣਤ ਗਾਉਣ ਵਾਲੇ ਨੂੰ ਹੈ। ਗਿਆਨ ਕਰਨ ਵਾਲੇ ਨੇ ਇਸ ਨੂੰ ਦੀਰਘ ਕਰਕੇ ਗਾਉਣਾ ਹੈ, ਚਾਹੇ ਤਾਂ ਪਲਤ ਵਿੱਚ ਲਮਕਾ ਲਵੇ। ਵਜ਼ਨ ਮੂਜਬ ਉਂਝ ਵੀ ਪਹਿਲੇ ਤੇ ਅੰਤਲੇ ਅੰਕ ਨਾਲੋਂ ਵਿਚਲੇ ਅੰਕਾਂ ਦਾ ਵਜ਼ਨ ਹੋਰ ਹੈ। ਪ੍ਰਾਕਥਨ। ਅਗਲੇ ਸ਼ਬਦ ਵਿੱਚ ਦਾਤਾਰਗੀ ਦਾ ਮਾਨ ਕਰਤਾਰ ਨੂੰ ਹੈ, ਉਸ ਦੇ ਕੀਤੇ ਹੋਏ ਜੀਵਾਂ ਨੂੰ ਨਹੀਂ। ਇਹ ਦੱਸ ਕੇ ਦਾਤਾ ਦੀ ਮਿਹਰ ਤੇ ਜੀਵ ਦੇ ਕਰਮ ਦਾ ਸੰਮੇਲਨ ਨਿਰੂਪਣ ਕਰਦੇ ਹਨ, ਤੇ ਕਰਤਾਰ ਦੀ ਪ੍ਰਾਪਤੀ ਤੇ ਲਖਤਾ ਦਾ ਉਪਦੇਸ਼ ਦਿੰਦੇ ਤੇ ਰਾਹ ਦੱਸਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਚੌਥਾ। ਕੀਤਾ ਕਹਾ ਕਰੇ ਮਨ ਮਾਨ, ਦੇਵਨ ਹਾਰੇ ਕੈ ਹੱਥ ਦਾਨ। ਇਹ ਜੀਵ ਕਰਤਾਰ ਦਾ ਕੀਤਾ ਹੋਇਆ ਹੈ। ਇਹ ਮਨ ਵਿੱਚ ਕਿਸੇ ਨੂੰ ਕੁਝ ਦੇਣ ਦਾ ਕੀ ਮਾਣ ਕਰੇ, ਜਦ ਕਿ ਦਾਨ ਦੇਣਾ ਉਸ ਕਰਤਾਰ ਦੇਨਹਾਰ ਦੇ ਆਪਣੇ ਹੱਥ ਵਿੱਚ ਹੈ। ਭਾਵੈ ਦੇ ਨਾ ਦੇਈ ਸੋਇ, ਕੀਤੇ ਕੈ ਕਹਿਐ ਕਿਆ ਹੋਇ। ਉਸ ਕਰਤਾਰ ਦੇਨਹਾਰ ਨੂੰ ਭਾਵੇਂ ਤਾਂ ਕਿਸੇ ਨੂੰ ਦੇਵੇ, ਨਾ ਭਾਵੇਂ ਤਾਂ ਨਾ ਦੇਵੇ। ਕੀਤੇ ਹੋਏ ਭਾਵ ਜੀਵ ਦੇ ਕਹਿਣੇ ਨਾਲ ਕੀ ਹੋ ਸਕਦਾ ਹੈ। ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚਨ ਕੱਚ ਰਹਾਉ। ਦੇਵਨਹਾਰ ਕਰਤਾਰ ਆਪੂ ਸਤ ਭਾਵ ਸਤ ਸਰੂਪ ਹੈ, ਉਸ ਨੂੰ ਸੱਚ ਹੀ ਪਾਉਂਦਾ ਹੈ। ਪਰ ਕੀਤਾ ਹੋਇਆ ਜੀਵ ਅੰਧਾ ਭਾਵ ਅਗਿਆਨੀ ਹੈ, ਚੰਚਲ ਹੋਣ ਕਰਕੇ ਮਨ ਦਾ ਕੱਚਾ ਹੈ। ਭਰਮ ਮੈਂ ਹੋਣ ਕਰਕੇ ਬੁੱਧੀ ਵਿੱਚ ਵੀ ਕੱਚਾ ਹੀ ਹੈ, ਤੇ ਛਿਣ ਭੰਗਰ ਹੋਣ ਕਰਕੇ ਸਰੀਰ ਦੁਆਰਾ ਤਾਂ ਵਿਸ਼ੇਸ਼ ਹੀ ਕੱਚਾ ਹੈ। ਇਥੇ ਤ੍ਰੈ ਵੇਰ ਕੱਚਾ ਕਿਹਾ, ਅੰਕ 3 ਵਿੱਚ ਜਾ ਕੇ ਖੋਲ ਦਿੱਤਾ ਕਿ ਕੱਚਾ ਸਰੀਰ ਹੈ, ਕੱਚਾ ਮਨ ਹੈ, ਕੱਚੀ ਮੱਤ ਹੈ। ਰਹਾਉ। ਇਹ ਜੀਵ ਜੇ ਆਖੇ ਕਿ ਮੈਂ ਦਾਨ ਕੀਤਾ ਹੈ, ਤਾਂ ਇਹ ਸੱਚ ਨਹੀਂ ਕਹਿ ਰਿਹਾ ਹੁੰਦਾ, ਕਿਉਂਕਿ ਇੱਕ ਤਾਂ ਦਾਤਾ ਕਰਤਾਰ ਆਪ ਹੈ, ਦੂਸਰੇ ਦਾਨ ਲੈਣ ਵਾਲੇ ਜੀਵਾਂ ਦੇ ਕਰਮ ਵੀ ਕੁਝ ਵਸਤੂ ਹਨ। ਜਿਸ ਨੂੰ ਦਾਨ ਦੇਣ ਵੇਲੇ ਦਾਤਾ ਨਜ਼ਰ ਵਿੱਚ ਰੱਖਦਾ ਹੈ, ਜਾ ਕੇ ਰੁੱਖ ਬਿਰਖ ਆਰਾਓ, ਜੇਹੀ ਧਾਤ ਤੇਹਾ ਤਿਨ ਨਾਓ। ਜੈਸਾ ਮਾਲੀ ਜਿਸ ਦੇ ਬ੍ਰਿਸ਼ ਬੂਟੇ ਹੁੰਦੇ ਹਨ, ਉਹਨਾਂ ਨੂੰ ਆਪ ਹੀ ਪਾਲਦਾ ਹੈ।
ਰੱਖਿਆ ਕਰਦਾ ਹੈ ਤੇ ਹਰ ਤਰ੍ਹਾਂ ਕਰਕੇ ਸਜਾਉਂਦਾ ਹੈ। ਪਰ ਤਦ ਵੀ ਉਹ ਜਿਹੀ ਕਿਸੇ ਬੂਟੇ ਦੀ ਅਸਲੀਅਤ ਹੁੰਦੀ ਹੈ, ਉਸ ਮੂਜਬ ਉਸ ਦਾ ਨਾਮ ਲਿਖ ਦਿੰਦਾ ਹੈ। ਫੁੱਲ ਭਾਉ ਫਲ ਲਿਖਿਆ ਪਾਇ, ਆਪ ਬੀਜ ਆਪੇ ਹੀ ਖਾਇ। ਦੇਖੋ ਫਿਰ ਉਸ ਦੇ ਲਿਖੇ ਮੂਜਬ, ਪਰ ਉਸ ਦੇ ਅਸਲੀਅਤ ਦੇ ਭਾਵ ਅਨੁਸਾਰ ਫੁੱਲ ਤੇ ਫਲ ਪੈਂਦਾ ਹੈ। ਅਰਥਾਤ ਮਾਲੀ ਦੇ ਧਾਤ ਪਛਾਣ ਕੇ ਲਿਖੇ ਮੂਜਬ ਤੇ ਬ੍ਰਿਸ਼ ਦੇ ਅੰਦਰ ਜੋ ਅਸਲੀਅਤ ਭਾਵ ਮੌਜੂਦ ਹੈ, ਉਸ ਅਨੁਸਾਰ ਉਸ ਨੂੰ ਫੁੱਲ ਫਲ ਪੈਂਦਾ ਹੈ। ਤਿਵੇਂ ਜੀਵ ਨੂੰ ਵੀ ਸਾਈਂ ਦੇ ਲਿਖੇ ਤੇ ਆਪਣੀ ਭਾਵਨਾ ਅਨੁਸਾਰ ਫੁੱਲ ਪੈਂਦਾ ਹੈ ਤੇ ਫਲ ਮਿਲਦਾ ਹੈ। ਇਉਂ ਜੀਵ ਆਪੇ ਬੀਜ ਬੀਜਦਾ ਹੈ ਤੇ ਆਪੇ ਹੀ ਫਲ ਖਾਂਦਾ ਹੈ। ਹੁਣ ਹੋਰ ਦ੍ਰਿਸ਼ਟਾਂਤ ਦੇ ਕੇ ਸਾਈਂ ਦੀ ਕਰਤਾਰਤਾ ਤੇ ਦਾਤਾਰਗੀ ਨੂੰ ਪਛਾਣਨ ਤੇ ਇਸ ਪਛਾਣ ਲਈ ਨਾਮ ਦੀ ਪ੍ਰਾਪਤੀ ਦਾ ਮਾਰਗ ਦੱਸਦੇ ਹਨ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਦ। ਜਿਵੇਂ ਕੋਈ ਕੰਧ ਭਾਵ ਮਕਾਨ ਹੋਵੇ, ਕੱਚਾ ਤੇ ਉਸਾਰਨ ਵਾਲਾ, ਰਾਜ ਵੀ ਵਿੱਚੇ ਰਹਿੰਦਾ ਹੋਵੇ ਪਰ ਉਹ ਵੀ ਕੱਚਾ ਹੋਵੇ, ਉਸ ਰਾਜ ਦੀ ਅਕਲ ਵੀ ਕੱਚੀ ਹੋਵੇ, ਤਾਂ ਉਸ ਵਿੱਚ ਵਾਸ ਵੀ ਬੇਸਵਾਦਾ ਹੋਵੇਗਾ। ਉਸੇ ਤਰ੍ਹਾਂ ਮਨੁੱਖ ਦਾ ਸਰੀਰ ਕੱਚਾ ਹੈ, ਨਾ ਪਾਏਦਾਰ ਹੈ। ਉਸ ਸਰੀਰ ਨੂੰ ਪੂਰਬਲੇ ਸੰਕਲਪਾਂ ਨਾਲ ਘੜਨ ਵਾਲਾ ਤੇ ਹੁਣ ਦੇ ਸੰਕਲਪਾਂ ਨਾਲ ਅਗਲਾ ਸਰੀਰ ਘੜਨ ਵਾਲਾ ਰਾਜ ਭਾਵ ਮਨ ਵੀ ਵਿੱਚ ਕੱਚਾ ਹੈ। ਉਸ ਮਨ ਨੂੰ ਅਗਵਾਨੀ ਦੇਣ ਵਾਲੀ ਬੁੱਧੀ ਵੀ ਸਰਵੱਗ ਨਹੀਂ, ਸਗੋਂ ਭੈ ਭਰਮ ਕਰਕੇ ਨਾਮ ਦੇ ਪਿਆਰ ਰੂਪੀ ਲੂਣ ਤੋਂ ਸਖਣੀ ਹੋਣ ਕਰਕੇ ਰਸਹੀਨ ਰਹਿੰਦੀ ਹੈ। ਫੀਕੇ ਹਰ ਕੇ ਨਾਮ ਬਿਨ ਸਾਧ, ਸਾਰਗ ਮਹੱਲਾ ਪੰਜਵਾ। ਆਨ ਸਵਾਦ ਸਭ ਫੀਕਿਆ, ਕਰ ਨਿਰਨਉ ਡੀਠਾ, ਵਾਰ ਜੈਤ ਸਰੀ ਮਹੱਲਾ ਪੰਜਵਾ। ਅਖੀਰਲੀ ਤੋਂ ਕਿਸੇ ਸ਼ਬਦ ਦੀ ਵਿੱਚ ਨਾਮ ਨਾਲ ਹੀ ਸ਼ਾਬਾਸ਼ ਦੱਸਦੇ ਹਨ। ਇਸ ਬੁੱਧੀ ਵਿੱਚ ਮਨ ਤੇ ਇਸ ਸਰੀਰ ਵਾਲਾ ਇਨਸਾਨ ਜੋ ਕੁਛ ਕਰੇਗਾ ਬੇਸਵਾਦਾ ਹੋਵੇਗਾ। ਇਸ ਕਰਕੇ ਹੁਣ ਉਸ ਨੂੰ ਰਸਮਈ ਕਰਨੇ ਦਾ ਤਰੀਕਾ ਦੱਸਦੇ ਹਨ। ਰਸਮਈ ਕਰਨੇ ਲਈ ਚਾਹੀਏ ਕਿ ਉਸ ਦੇ ਅੰਦਰ ਸਾਈਂ ਤੇ ਸਿਦਕ ਬੱਝੇ ਤੇ ਇਹ ਦ੍ਰਿੜਤਾ ਆਵੇ ਕਿ ਕਰਨ ਕਾਰਨ ਦਾ ਧਾਰ ਉਹ ਹੈ। ਮੇਰੇ ਕੀਤੇ ਨੂੰ ਉਹ ਰਾਸ ਲਿਆਵੇ ਤਾਂ ਰਾਸ ਆਵੇਗਾ। ਤਾਂ ਤੇ ਮੈਂ ਤਾਣ ਤਕੀਆ ਉਸੇ ਤੇ ਰੱਖਾਂ, ਨਾਨਕ ਆਣੇ ਆਵੈ ਰਾਸ, ਵਿਨ ਨਾਵੈ ਨਾਹੀ ਸਾਬਾਸ। ਪਰ ਹੇ ਨਾਨਕ, ਇਸ ਸ਼ਾਬਾਸ਼ ਦਰਗਾਹ ਵਿੱਚ ਵਡਿਆਈ ਜਾਂ ਧਨਤਾ ਨਾਮ ਦੀ ਅਰਾਧਨਾ ਬਿਨਾਂ ਪ੍ਰਾਪਤ ਨਹੀਂ ਹੁੰਦੀ। ਭਾਵ ਇਹ ਕਿ ਵਾਹਿਗੁਰੂ ਜੀ ਤੇ ਸਿਦਕ ਧਰ ਕੇ ਉਸ ਦਾ ਨਾਮ ਜਪੋ, ਤਦ ਤੁਸੀਂ ਸੱਚ ਵਿੱਚ ਪਹੁੰਚ ਜਾਓਗੇ ਤੇ ਕੂੜੇ ਦਾਅਵੇ ਬੰਨਣੇ ਤੇ ਮਾਣ ਕਰਨੇ ਤੋਂ ਸਾਡੇ ਛੁੱਟ ਜਾਣਗੇ। ਤੁਸੀਂ ਰਸਮਈ ਆਨੰਦ ਅਵਸਥਾ ਵਿੱਚ ਹੋ ਜਾਓਗੇ। ਵਿਆਖਿਆ। ਜਾਪਦਾ ਹੈ ਕਿ ਕਿਸੇ ਸਾਧੂ ਦੇ ਕਹਿਣੇ ਤੇ ਕਿਸੇ ਨੂੰ ਕੁਝ ਪ੍ਰਾਪਤੀ ਹੋਣ ਤੇ ਸਾਧੂ ਨੇ ਮਾਣ ਕੀਤਾ ਹੈ। ਇਹ ਦਾਤ ਮੈਂ ਦਿੱਤੀ ਹੈ। ਗੁਰੂ ਜੀ ਨੇ ਉਸ ਸਾਧ ਨੂੰ ਮੱਤ ਦਿੱਤੀ, ਪਰ ਉਹ ਮੱਤ ਇਸ ਤਰ੍ਹਾਂ ਦਿੱਤੀ ਹੈ ਕਿ ਹਰ ਸਮੇਂ ਹਰ ਭਲੇ ਪੁਰਖ ਨੂੰ ਜਿਸ ਵਿੱਚ ਕੋਈ ਮਾਨਸਿਕ ਸ਼ਕਤੀ ਉਦਿਤ ਹੋ ਜਾਵੇ, ਹੋਸ਼ ਵਿੱਚ ਰਹੇ ਤੇ ਉਹ ਆਪਣਤ ਦੇ ਦਾਅਵੇ ਨਾ ਬਣ ਬਹੇ, ਕਿਉਂਕਿ ਐਸਾ ਕਰਨੇ ਨਾਲ ਹਉ ਜੋ ਜਿਤਨੀ ਸੀ ਉਹ ਹੋਰ ਵੱਧ ਜਾਂਦੀ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਸਗੋਂ ਕਰਤਾਰ ਨੂੰ ਦਾਤਾਰ ਲਖ ਕੇ ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਸੁਖਮਨੀ ਸਾਹਿਬ 18ਵੀਂ ਅਸ਼ਟਪਦੀ। ਇਹ ਮਤ ਸਾਧੂ ਨੂੰ ਉਸ ਦੀ ਕਮਾਈ ਦੀ ਰੱਖਿਆ ਲਈ ਦਿੱਤੀ ਹੈ ਤੇ ਖੁਦ ਗਰਜ ਲੋਕਾਂ ਦੀਆਂ ਫਲਾਉਣੀਆਂ ਤੋਂ ਬਚ ਕੇ ਆਪਣੇ ਨਾਮ ਰਸ ਵਿੱਚ ਲੱਗੇ ਰਹਿਣ ਲਈ ਦਿੱਤੀ ਹੈ। ਭਾਵ ਸ਼ਬਦ ਦਾ ਇਹ ਹੈ ਕਿ ਕਿਸੇ ਅਭਿਆਸੀ ਬੰਦੇ ਨੂੰ ਕੁਛ ਮਾਣ ਦਾ ਤਾਰ ਹੋਣ ਦਾ ਨਹੀਂ ਕਰਨਾ ਚਾਹੀਏ। ਕਿਸੇ ਭਲੇ ਘਾਲੀ ਨੂੰ ਕਿਸੇ ਹੋਣਹਾਰ ਤੇ ਇਹ ਮਾਣ ਫੁਰੇ ਤਾਂ ਦੋ ਵਿਚਾਰਾਂ ਕਰੇ।
ਇੱਕ ਤਾਂ ਇਹ ਕਿ ਦਾਤਾ ਉਹ ਹੈ ਜੋ ਕਰਤਾਰ ਹੈ। ਜੇ ਮੇਰੀ ਅਰਦਾਸ ਤੇ ਕਿ ਮੇਰੀ ਸ਼ੁਭ ਭਾਵਨਾ ਤੇ ਕਿਸੇ ਨੂੰ ਲਾਭ ਹੋਇਆ ਤਾਂ ਵੀ ਦਾਤਾ ਉਹ ਹੈ, ਕਿਉਂਕਿ ਮੇਰੀ ਅਰਦਾਸ ਸੁਣੇ ਨਾ ਸੁਣੇ ਇਹ ਦਾਤਾਰ ਦੀ ਮਰਜ਼ੀ ਹੈ। ਦੂਸਰੀ ਗੱਲ ਇਹ ਹੈ ਕਿ ਜੀਵਾਂ ਦੇ ਕਰਮ ਵੀ ਕੁਝ ਚੀਜ਼ ਹਨ। ਜੇ ਮੇਰੇ ਚਾਹੇ ਕਿ ਮੰਗੇ ਕਿਸੇ ਨੂੰ ਕੁਝ ਲੱਭਾ ਹੈ ਤਾਂ ਕੀ ਜਾਣੀਏ ਉਸ ਦੇ ਕਰਮ ਉਸੇ ਵੇਲੇ ਉਦਤ ਹੋ ਪਏ ਸਨ ਤੇ ਉਸ ਨੂੰ ਦਾਤ ਮਿਲ ਗਈ। ਕਰਮਾਂ ਅਨੁਸਾਰ ਦੇਣ ਵਾਲਾ ਵੀ ਫਲ ਪ੍ਰਦਾਤਾ ਉਹ ਹੈ, ਮੈਂ ਕਰਮ ਫਲ ਪ੍ਰਦਾਤਾ ਨਹੀਂ ਹਾਂ। ਹਰ ਹਾਲ ਦਾਤਾਰ ਉਹੀ ਕਰਤਾਰ ਹੈ। ਹੁਣ ਪ੍ਰਸ਼ਨ ਉਪਜ ਪੈਂਦਾ ਹੈ ਕਿ ਵਾਹਿਗੁਰੂ ਸਵੈੰ ਦਾਤਾ ਹੈ ਕਿ ਕਰਮ ਫਲ ਪ੍ਰਦਾਤਾ ਹੈ। ਇਸ ਦਾ ਉੱਤਰ ਦਿੰਦੇ ਹਨ, ਮਾਲੀ ਬ੍ਰਿਸ਼ ਬੂਟੇ ਲਾਉਂਦਾ, ਪਾਲਦਾ, ਰੱਖਿਆ ਕਰਦਾ ਤੇ ਹਰ ਤਰ੍ਹਾਂ ਬੱਚਿਆਂ ਵਾਂਗੂ ਮਿਹਰਾਂ ਕਰਦਾ ਹੈ। ਪਰ ਜੋ ਜਿਸ ਬ੍ਰਿਸ਼ ਦੀ ਅਸਲੀਅਤ ਹੁੰਦੀ ਹੈ ਉਸ ਨੂੰ ਬੀਜ ਵਿੱਚ ਲੁਕੀ ਬੈਠੀ ਦਾ ਹੀ ਪਤਾ ਹੁੰਦਾ ਹੈ। ਪਰ ਉਹ ਨਾਮ ਉਸ ਉਗਾਏ ਬੂਟੇ ਤੇ ਲਿਖ ਕੇ ਲਾ ਦਿੰਦਾ ਹੈ ਅਤੇ ਉਸ ਨੂੰ ਫੁੱਲ ਫਲ ਉਸ ਅੰਦਰਲੇ ਭਾਵ ਮੂਜਬ ਪੈਂਦੇ ਹਨ। ਉਹ ਸ਼ਕਤੀ ਜੋ ਅੰਦਰ ਬੀਜ ਵਿੱਚ ਹੈ ਆਪਣੇ ਅਸਲੇ ਮੂਜਬ ਫੁੱਲਣ ਤੇ ਫਲਣ ਦੀ ਮਾਨੋ ਇੱਕ ਪ੍ਰੇਰਕ ਸ਼ਕਤੀ ਹੈ ਜੋ ਉਸ ਨੂੰ ਉਸੇ ਅਨੁਸਾਰ ਮੌਲਾਵੇਗੀ। ਜਿਵੇਂ ਗਾਜਰ ਤੇ ਕਰੇਲੇ ਦੇ ਇਕੱਠੇ ਕਰਕੇ ਬੀਜੇ ਧਰਤੀ ਵਿੱਚੋਂ ਮਿਠਾਸ ਤੇ ਕੁੜੱਤਣ ਆਪਣੀ ਅੰਦਰਲੀ ਪ੍ਰੇਰਕ ਸ਼ਕਤੀ ਮੂਜਬ ਖਿੱਚਦੇ ਹਨ, ਇਹ ਹੈ ਭਾਵ ਪਦ ਦਾ ਮਤਲਬ ਇਸ ਥਾਂ। ਉਧਰ ਭਾਵ ਤੋਂ ਮੁਰਾਦ ਜੀਵਾਂ ਦੇ ਅੰਦਰ ਪਿਛਲੇ ਕਰਮਾਂ ਅਨੁਸਾਰ ਬਣ ਗਈ ਭਾਵਨਾ ਤੋਂ ਹੈ ਜੋ ਉਸੇ ਕਿਸਮ ਦੇ ਕਰਮਾਂ ਵੱਲ ਪ੍ਰੇਰਦੀ ਹੈ। ਸੋ ਇਸ ਦ੍ਰਿਸ਼ਟਾਂਤ ਵਿੱਚ ਜੀਵ ਦੇ ਕਰਮ ਵੀ ਆ ਗਏ ਤੇ ਸਾਈਂ ਦਾ ਪਿਆਰ ਵੀ ਆ ਗਿਆ। ਹੁਣ ਰਹੀ ਗੱਲ ਕਿ ਸਾਡੀ ਮੱਤ ਕੱਚੀ, ਮਨ ਕੱਚਾ, ਜਿਸ ਅਨੁਸਾਰ ਅਸਾਂ ਕਰਮ ਕੀਤੇ ਤੇ ਸੋਚਾਂ ਸੋਚੀਆਂ, ਇਹਨਾਂ ਨੇ ਸਾਨੂੰ ਇਹ ਜਨਮ ਦਿੱਤਾ ਹੈ ਤੇ ਸਾਡਾ ਇਹ ਸਰੀਰ ਬਣਾਇਆ। ਹੁਣ ਅਸੀਂ ਵੈਸਾ ਹੀ ਸਰੀਰ ਫੇਰ ਅੱਗੇ ਲਈ ਬਣਾ ਰਹੇ ਹਾਂ। ਇਹ ਟਿੰਡਾਂ ਦਾ ਗੇੜ ਤੁਰ ਪਿਆ, ਕਿਉਂਕਿ ਹਰ ਜਨਮ ਉਹ ਮਨ ਉਹ ਮਤ ਹੈ ਪਿਛਲੇ ਸੰਸਕਾਰ ਨਾਲ ਹਨ ਜੋ ਗੇੜ ਵਿੱਚੋਂ ਨਿਕਲਣ ਨਹੀਂ ਦਿੰਦੇ। ਸੁਭਾਵ ਹੀ ਦ੍ਰਿੜ ਹੋ ਚੁੱਕਾ ਹੈ, ਗੇੜ ਵਿੱਚੋਂ ਕਿਵੇਂ ਨਿਕਲੀਏ? ਇਸ ਦਾ ਦਾਰੂ ਦੱਸਦੇ ਹਨ। ਨਾਮ ਸਿਮਰਨ ਕਰੋ, ਵਾਹਿਗੁਰੂ ਜੀ ਤੇ ਦ੍ਰਿੜ ਭਰੋਸਾ ਧਾਰਨ ਕਰੋ, ਤੁਹਾਡੀ ਨਜ਼ਰ ਕਰਮ ਜਾਲ ਤੋਂ ਉੱਠ ਕੇ ਵਾਹਿਗੁਰੂ ਵਿੱਚ ਚਲੀ ਜਾਵੇ। ਇਸ ਤਰ੍ਹਾਂ ਦੇ ਨਾਮ ਅਭਿਆਸ ਤੇ ਦ੍ਰਿੜ ਵਿਸ਼ਵਾਸ ਕੇ ਤੁਧ ਭਾਵੈ ਤਾ ਆਣਹਿ ਰਾਸ। ਸੋਹੀ ਮਹੱਲਾ ਪੰਜਵਾ। ਨਾਲ ਨਾਮੀ ਨੂੰ ਪ੍ਰਾਪਤ ਹੋ ਜਾਓਗੇ। ਜਿਸ ਕਰਕੇ ਕਰਮ ਗੇੜ ਵਿੱਚੋਂ ਨਿਕਲ ਜਾਓਗੇ ਉਹ ਨੀਵਾਂ ਰਹਿ ਜਾਏਗਾ। ਨਾਮ ਦੀ ਪ੍ਰਾਪਤ ਅਵਸਥਾ ਸ਼ਾਬਾਸ਼ ਦੀ ਅਵਸਥਾ ਹੈ, ਭਾਵ ਧਨਤਾ ਦੀ ਅਵਸਥਾ ਹੈ। ਉਸ ਦੀ ਸ਼ੋਭਾ ਲੋਕ ਪਰਲੋਕ ਵਿੱਚ ਹੈ। ਨਿਰੁਕਤ ਕੀਤਾ ਦਾ ਭਾਵ ਹੈ ਜੋ ਕੀਤਾ ਜਾਂ ਰਚਿਆ ਗਿਆ ਹੈ, ਭਾਵ ਜੀਵ। ਆਪੇ ਸੱਚ ਦਾ ਭਾਵ ਹੈ ਕਰਤਾਰ, ਆਪਣੇ ਆਪ ਵਿੱਚ ਸੱਚ ਹੈ, ਸਤ ਸਰੂਪ ਹੈ। ਇਸ ਕਰਕੇ ਉਸ ਨੂੰ ਸੱਚ ਹੀ ਭਾਉਂਦਾ ਹੈ। ਇਉਂ ਵੀ ਕਰਦੇ ਹਨ ਕਿ ਜਿਸ ਨੂੰ ਚਾਹੇ ਆਪ ਸੱਚ ਦੇ ਦਿੰਦਾ ਹੈ, ਪਰ ਇਹ ਪ੍ਰਸੰਗ ਨਾਲ ਢੁਕਦਾ ਘੱਟ ਹੈ। ਅੰਧਾ ਦਾ ਭਾਵ ਹੈ ਅੰਨਾ, ਗਿਆਨ ਦ੍ਰਿਸ਼ਟੀ ਤੋਂ ਹੀਨ ਅਗਿਆਨੀ। ਕੱਚਾ ਦਾ ਭਾਵ ਹੈ ਜੋ ਪੱਕਾ ਨਾ ਹੋਵੇ, ਅਰਥਾਤ ਮਨ ਤੇ ਮਤ ਜਿਸ ਦੇ ਆਪਣੀ ਗਿਆਤ ਵਿੱਚ ਸਰਵੱਗ ਨਹੀਂ ਚੰਚਲ ਹਨ। ਸੱਚ ਨੂੰ ਤਿਆਗ ਕੇ ਕੱਚੇ ਵਿਸ਼ਿਆਂ, ਕੱਚੇ ਭੋਗਾਂ, ਕੱਚੇ ਪਦਾਰਥਾਂ ਦੇ ਮਗਰ ਭੱਜਦੇ ਹਨ। ਰੁੱਖ ਬਿਰਖ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਰੂਖਜ, ਭਾਵ ਬ੍ਰਿਛ। ਪੰਜਾਬੀ ਵਿੱਚ ਰੂਖ ਰੁੱਖ, ਸੰਸਕ੍ਰਿਤੀ ਵਿੱਚ ਵ੍ਰਿਕਸ਼, ਰੁੱਖ ਵੱਡੇ ਬ੍ਰਿਛ। ਬਿਰਖ ਦਾ ਭਾਵ ਹੈ ਛੋਟੇ ਬ੍ਰਿਛ। ਬ੍ਰਿਛ ਬੂਟੇ, ਰੁੱਖ ਬਨਾਂ ਦੇ ਤੇ ਬਿਰਖ ਬਾਗਾਂ ਦੇ, ਇਹ ਵੀ ਅਰਥ ਕਰਦੇ ਹਨ। ਆਰਾਓ ਦਾ ਭਾਵ ਹੈ ਫਾਰਸੀ ਵਿੱਚ ਆਰਾਸਤਨ ਤੋਂ, ਭਾਵ ਸਜਾਉਣਾ, ਠੀਕ ਕਰਨਾ, ਸੰਵਾਰਦਾ ਹੈ ਜਾਂ ਬੀਜਣਾ, ਪਾਲਣਾ ਆਦਿ। ਸਾਰੇ ਕਰਮ ਇਸ ਵਿੱਚ ਆ ਜਾਂਦੇ ਹਨ। ਸੰਸਕ੍ਰਿਤੀ ਵਿੱਚ ਆਰਾਮ ਭਾਵ ਬਾਗ। ਕੰਧ ਦਾ ਭਾਵ ਹੈ ਦੀਵਾਰ। ਦੀਵਾਰ ਤੋਂ ਮੁਰਾਦ ਦੀਵਾਰਾਂ ਵਾਲਾ ਘਰ ਹੈ, ਜਿਸ ਦਾ ਭਾਵ ਸਰੀਰ ਹੈ।
ਰਾਜ ਦਾ ਭਾਵ ਹੈ ਉਸਾਰੀ ਕਰਨ ਵਾਲਾ, ਭਾਵ ਹੈ ਮਨ। ਮਨ ਨੂੰ ਰਾਜ ਕਿਹਾ ਹੈ ਕਿ ਆਪਣੇ ਸੰਕਲਪਾਂ ਤੇ ਕਰਮਾਂ ਨਾਲ ਅਗਲੇ ਜਨਮ ਲਈ ਆਪਣਾ ਸਰੀਰ ਅਰਥਾਤ ਉਸ ਸਰੀਰ ਵਿੱਚ ਇਸ ਦਾ ਭਾਵ ਕੀ ਸੁਭਾਅ ਤੇ ਪ੍ਰਵਿਰਤੀ ਹੋਣੀ ਹੈ, ਹੁਣ ਬਣਾ ਰਿਹਾ ਹੈ। ਮਤ ਦਾ ਭਾਵ ਹੈ ਬੁੱਧੀ। ਇਹ ਰਾਜ ਦੇ ਉੱਤੇ ਮਿਸਤਰੀ ਹੈ, ਜੋ ਰਾਜ ਨੂੰ ਗਲਤੀਆਂ ਤੋਂ ਬਚਾ ਕੇ ਪਰਮਾਰਥਿਕ ਘਰ ਬਣਵਾ ਸਕਦੀ ਹੈ, ਪਰ ਇਸ ਵਿੱਚ ਨਾਮ ਨਹੀਂ, ਜਾਂ ਇਉਂ ਕਹੋ ਕਿ ਸੱਚੇ ਸਾਈਂ ਨਾਲ ਪ੍ਰੇਮ ਨਹੀਂ। ਇਸ ਕਰਕੇ ਇਹ ਜੋ ਕੁਝ ਬਣਵਾਏਗੀ ਉਹ ਅਣਸਥਿਰ ਦੇ ਪ੍ਰੇਮ ਵਾਲਾ ਬਣਵਾਏਗੀ। ਅਣਸਥਿਰ ਦੇ ਰਸ ਸਾਰੇ ਫਿੱਕੇ ਹੁੰਦੇ ਹਨ। ਆਨ ਰਸਾ ਸਭ ਹੋਛੇ ਰੇ, ਆਸਾ ਮਹੱਲਾ ਪੰਜਵਾ। ਫੀਕੇ ਹਰ ਕੇ ਨਾਮ ਬਿਨ ਸਾਧ, ਸਾਰਗ ਮਹੱਲਾ ਪੰਜਵਾ। ਇਸ ਲਈ ਹਰੀ ਨਾਮ ਹਰੀ ਪ੍ਰੇਮ ਤੋਂ ਵਿਰਵਾ ਸੁਭਾਅ ਬਣੇਗਾ। ਬੁੱਧੀ ਜੇ ਨਾਮ ਨਾਲ ਭਿੱਜ ਜਾਏ, ਧੋਪ ਜਾਏ, ਤਾਂ ਉਹ ਮਨ ਨੂੰ ਈਸ਼ਵਰ ਪ੍ਰੇਮ ਵੱਲ ਪ੍ਰੇਰੇਗੀ, ਨਹੀਂ ਤਾਂ ਆਣ ਰਸਾਂ ਵੱਲੋਂ ਨਹੀਂ ਹੋੜੇਗੀ ਜੋ ਫਿੱਕੇ ਹਨ। ਆਣੇ ਦਾ ਭਾਵ ਹੈ ਲਿਆਵੇ। ਰਾਸ ਦਾ ਭਾਵ ਫਾਰਸੀ ਵਿੱਚ ਹੈ ਰਾਸਤ, ਭਾਵ ਠੀਕ, ਦਰੁਸਤ। ਸਾਬਾਸ ਦਾ ਭਾਵ ਹੈ ਫਾਰਸੀ ਵਿੱਚ ਸ਼ਾਬਾਸ਼। ਸ਼ਾਦ ਬਾਸ਼ ਦਾ ਸੰਖੇਪ ਹੈ। ਤਹਿਸੀਨ ਤੇ ਪਿਆਰ ਦਾ ਵਾਕ ਹੈ। ਵਡਿਆਈ ਦਾ ਵਾਕ ਪ੍ਰਾਪਤ ਹੋਣਾ, ਧਨਤਾ ਹੋਣੀ। ਪ੍ਰਾਕਥਨ। ਮਾਇਆ ਜੋ ਸਭ ਕਿਸੇ ਨੂੰ ਛਲ ਲੈਂਦੀ ਹੈ, ਉਹ ਅਭਿਆਸੀ ਪੁਰਖ ਨੂੰ ਕਿਵੇਂ ਨਾ ਛਲੇ। ਇਹ ਜਾਚ ਅਗਲੇ ਸ਼ਬਦ ਵਿੱਚ ਦੱਸੀ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਪੰਜਵਾ। ਅਛਲ ਛਲਾਈ ਨਹਿ ਛਲੈ, ਨਹਿ ਘਾਉ ਕਟਾਰਾ ਕਰ ਸਕੈ। ਪ੍ਰਸ਼ਨ। ਹੇ ਗੁਰੂ, ਕਿਵੇਂ ਹੋਵੇ ਕਿ ਨਾ ਛਲੇ ਜਾ ਸਕਣ ਵਾਲਿਆਂ ਨੂੰ ਵੀ ਛਲ ਲੈਣ ਵਾਲੀ ਮਾਇਆ ਮੈਨੂੰ ਨਾ ਛਲ ਸਕੇ। ਹਾਂ ਜੀਓ, ਕਿਵੇਂ ਹੋਵੇ ਕਿ ਇਸ ਠੱਗਣੀ ਦੀ ਵੱਡੀ ਕਟਾਰ ਮੈਨੂੰ ਘਾਉ ਨਾ ਲਾ ਸਕੇ। ਉੱਤਰ। ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਭਾਈ, ਵਾਹਿਗੁਰੂ ਮਾਲਕ ਜਿਵੇਂ ਇਸ ਜੀਵ ਨੂੰ ਰੱਖੇ, ਇਹ ਉਸੇ ਤਰ੍ਹਾਂ ਰਹੇ। ਭਾਵ ਰਜਾ ਵਿੱਚ ਰਹੇ ਤਾਂ ਮਾਇਆ ਨਹੀਂ ਛਲ ਸਕਦੀ। ਪ੍ਰਸ਼ਨ। ਇਨਸਾਨ ਦੇ ਸੁਭਾਅ ਵਿੱਚ ਲੋਭ ਹੈ। ਲੋਭ ਹਨੇਰਾ ਹੈ, ਜਿਸ ਕਰਕੇ ਇਸ ਲੋਭੀ ਮਨੁੱਖ ਦਾ ਮਨ ਰਜਾ ਦੇ ਰਾਹ ਤੋਂ ਮਾਇਆ ਵੱਲ ਨੂੰ ਲੁੜਕ ਜਾਂਦਾ ਹੈ। ਇਸ ਦਾ ਦਾਰੂ ਵੀ ਦੱਸੋ। ਉੱਤਰ। ਬਿਨ ਤੇਲ ਦੀਵਾ ਕਿਉ ਜਲੈ, ਰਹਾਉ। ਦੀਵਾ ਬਾਲ ਲਓ। ਫਿਰ ਪ੍ਰਸ਼ਨ ਕੀਤਾ, ਮੇਰੇ ਪਾਸ ਤੇਲ ਨਹੀਂ, ਬਿਨਾਂ ਤੇਲ ਦੇ ਦੀਵਾ ਕੀਕੂ ਬਲੇ। ਉੱਤਰ। ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ। ਸਚ ਬੂਝਣ ਆਣ ਜਲਾਈਐ। ਇਸ ਮਾਰਗ ਦਾ ਦੀਵਾ ਇਹ ਹੈ ਕਿ ਧਰਮ ਉਪਦੇਸ਼ ਵਾਲੀਆਂ ਪੋਥੀਆਂ ਤੇ ਧਰਮ ਕਥਾ ਵਾਲੇ ਪੁਰਾਣੇ ਗ੍ਰੰਥਾਂ ਵਿੱਚ ਦੱਸੀ ਨਾਮ ਦੀ ਕਰੀਏ ਕਮਾਈ। ਇਹ ਹੈ ਤੇਲ। ਅਤੇ ਇਸ ਸਰੀਰ ਵਿੱਚ ਪਰਮੇਸ਼ਰ ਦੇ ਭੈ ਨੂੰ ਰੱਖਣਾ, ਇਹ ਦੀਵੇ ਵਿੱਚ ਪਾਈਏ ਵੱਟੀ। ਫੇਰ ਗੁਰੂ ਤੋਂ ਸੱਚਾ ਗਿਆਨ ਲਿਆ ਕੇ ਇਸ ਅੱਗ ਨਾਲ ਦੀਵਾ ਬਾਲ ਲਈਏ। ਇਹੋ ਤੇਲ ਦੀਵਾ ਇਉ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਰਹਾਉ। ਇਹ ਹੈ ਹੀ ਭਾਈ ਤੇਲ, ਵੱਟੀ, ਅੱਗ ਤੇ ਇਉਂ ਬਲਦਾ ਹੈ ਇਹ ਦੀਵਾ। ਇਸ ਦਾ ਚਾਨਣ ਆਪਣਾ ਸਾਥੀ ਕਰ ਲੈ, ਤਾਂ ਤੂੰ ਸੱਤ ਦੇ ਸੁਮਾਰਗ ਤੋਂ ਲੁੜਕੇਗਾ ਨਹੀਂ, ਦਰ ਅਪੜੇਗਾ ਤੇ ਤੈਨੂੰ ਸਾਹਿਬ ਮਿਲ ਪਏਗਾ। ਰਹਾਉ। ਇਹੋ ਤਨ ਲਾਗੈ ਬਾਣੀਆ, ਸੁਖ ਹੋਵੈ ਸੇਵਕ ਮਾਣੀਆ। ਸਭ ਦੁਨੀਆ ਆਵਣ ਜਾਣੀਆ। ਫਿਰ ਇਹ ਸੋਚ ਸਾਰੀ ਦੁਨੀਆ ਥਿਰ ਨਹੀਂ, ਇਹ ਆਉਣੇ ਜਾਣੇ ਵਾਲੀ ਹੈ। ਇਸ ਵਿੱਚ ਜਦੋਂ ਤੇਰੀ ਵਾਰੀ ਆਈ ਤੇ ਤੇਰੇ ਇਸ ਸਰੀਰ ਵਿੱਚ ਲੱਗ ਪਿਆ ਜਮ ਰੂਪ ਬਾਣੀਆਂ, ਤਦੋਂ ਤੈਨੂੰ ਉੱਪਰ ਦੱਸੀ ਸਾਈਂ ਦੀ ਕਮਾਈ ਹੋਈ ਸੇਵਾ ਦਾ ਸੁੱਖ ਹੋਵੇਗਾ। ਵਿੱਚ ਦੁਨੀਆ ਸੇਵ ਕਮਾਈਐ, ਤਾ ਦਰਗਹਿ ਬੈਸਣ ਪਾਈਐ।
ਕਹੋ ਨਾਨਕ ਬਾਹ ਲੁਡਾਈਐ। ਇਸ ਲਈ ਬਣਦਾ ਇਹੋ ਹੈ ਕਿ ਜਦ ਤੱਕ ਦੁਨੀਆ ਵਿੱਚ ਹਾਂ ਤਦ ਤੱਕ ਉੱਪਰ ਦਸੀ ਸਾਈਂ ਦੀ ਸੇਵਾ ਦੀ ਕਮਾਈ ਕਰੀਏ, ਤਾਂ ਹੀ ਮਰ ਕੇ ਦਰਗਾਹ ਵਿੱਚ ਆਦਰ ਦਾ ਬੈਠਣਾ ਮਿਲਦਾ ਹੈ। ਹਾਂ ਦੱਸ ਨਾਨਕ ਕਿ ਤਦ ਹੀ ਉਥੇ ਆਨੰਦ ਵਿੱਚ ਬਾਹ ਲੁੜਾਈ ਦੀ ਹੈ। ਵਿਆਖਿਆ। ਇਸ ਸ਼ਬਦ ਵਿੱਚ ਉੱਤਰ ਪ੍ਰਸ਼ਨ ਹਨ ਤੇ ਲੁਪਤੀਆਂ ਹਨ। ਪਦ ਪਦਾਰਥ ਸੂਤਰਾਤਮਿਕ ਪਰ ਵਿਚਲੇ ਦਿੱਤੇ ਸਾਮਾਨ ਨੂੰ ਖੋਲ ਦਿੰਦੇ ਹਨ ਤੇ ਲੁਪਤੀਆਂ ਦਾ ਰਸਤਾ ਦੱਸ ਦਿੰਦੇ ਹਨ। ਪਿਛਲੇ ਸ਼ਬਦ ਵਿੱਚ ਅਖੀਰ ਆ ਕੇ ਵਿਨ ਨਾਵੈ ਕਹਿ ਕੇ ਅਤ ਸੰਖੇਪ ਵਿੱਚ ਦਾਰੂ ਦੱਸਿਆ ਸੀ ਦਰਗਾਹੇ ਸ਼ਾਬਾਸ਼ ਮਿਲਣ ਦਾ। ਇਸ ਸ਼ਬਦ ਵਿੱਚ ਨਾਮ ਦੇ ਸਹਾਇਕ ਸਾਮਾਨਾਂ ਨੂੰ ਖੋਲਿਆ ਹੈ ਤੇ ਅੰਤ ਇਸ ਦੇ ਵੀ ਦਰਗਾਹੇ ਬਾਹ ਲੁਡਾ ਕੇ ਜਾਣਾ ਦੱਸਿਆ ਹੈ। ਜੇ ਸਮਝ ਲਈਏ ਕਿ ਪਿਛਲੇ ਸ਼ਬਦ ਦੀ ਲੜੀ ਜਾਰੀ ਹੈ ਤਾਂ ਇਉਂ ਬਣਦਾ ਹੈ ਕਿ ਉਪਦੇਸ਼ ਸੁਣ ਕੇ ਸ੍ਰੀ ਗੁਰੂ ਜੀ ਉੱਤੇ ਪ੍ਰਸ਼ਨ ਹੋਇਆ ਹੈ ਕਿ ਆਪ ਸੱਚ ਫਰਮਾ ਰਹੇ ਹੋ। ਅਸਾਂ ਜੀਵਾਂ ਨੂੰ ਮਾਣ ਆ ਹੀ ਜਾਂਦਾ ਹੈ ਬ੍ਰਹਮਾਦਿਕ ਜੋ ਕਿਸੇ ਤੋਂ ਨਹੀਂ ਸਨ ਛਲੇ ਜਾਂਦੇ, ਮਾਇਆ ਨੇ ਛਲ ਲਏ। ਅਛਲ ਛਲਾਈ ਨਹਿ ਛਲੈ, ਨਹਿ ਘਾਉ ਕਟਾਰਾ ਕਰ ਸਕੈ। ਉਹ ਮਾਇਆ ਅਸਮਾਦਿਕ ਹਮਾਤੜ ਜੀਵਾਂ ਨੂੰ ਨਾ ਛਲੇ ਤੇ ਉਸ ਦਾ ਕਟਾਰਾ ਘਾਉ ਨਾ ਲਾ ਸਕੇ। ਇਸ ਦਾ ਕੋਈ ਦਾਰੂ ਦੱਸੋ। ਉਥੇ ਪਿਛਲੇ ਸ਼ਬਦ ਵਿੱਚ ਜੋ ਮਨ ਬੁੱਧ ਸਰੀਰ ਦਾ ਕੱਚਾਪਣ ਦੱਸਿਆ ਸੀ, ਪ੍ਰਸ਼ਨ ਕਰਤਾ ਨੇ ਇੱਥੇ ਉਹ ਮਾਇਆ ਦੇ ਜਿੰਮੇ ਲਾਇਆ ਹੈ ਕਿ ਉਸ ਦੇ ਛਲ ਤੋਂ ਕਿੰਜ ਬਚ ਸਕੀਦਾ ਹੈ। ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ। ਆਸਾ ਕਬੀਰ ਜੀ। ਮਾਇਆ ਠੱਗ ਦੇ ਰੂਪ ਵਿੱਚ ਦੱਸੀ ਹੈ। ਠੱਗ ਛਲ ਵੀ ਕਰਦੇ ਹਨ ਤੇ ਜ਼ੋਰ ਜ਼ੁਲਮ ਵੀ ਕਰਦੇ ਹਨ। ਛਲ ਦਾ ਜ਼ਿਕਰ ਪਹਿਲੀ ਤੁਕ ਵਿੱਚ ਹੈ ਤੇ ਧੱਕੇ ਧੋੜੇ ਦਾ ਜ਼ਿਕਰ ਦੂਜੀ ਤੁਕ ਵਿੱਚ। ਕਟਾਰਾ ਪਦ ਕਹਿ ਕੇ ਦਿੱਤਾ ਹੈ। ਠੱਗ ਵਿਸਾਹ ਕੇ ਵੀ ਮਾਰਦੇ ਹਨ ਤੇ ਦਾਉ ਲੱਗੇ ਤਾਂ ਜ਼ੋਰ ਨਾਲ ਵੀ ਮਾਰਦੇ ਹਨ। ਸੋ ਠੱਗਣੀ ਤੇ ਛਲ ਤੇ ਕਟਾਰੇ ਦਾ ਦਾਰੂ ਪੁੱਛੇ ਜਾਣੇ ਪਰ ਗੁਰੂ ਜੀ ਨੇ ਸੰਖੇਪ ਪਰ ਕਾਰੀ ਉਪਾਉ ਦੱਸਿਆ ਕਿ ਜੋ ਸਾਹਿਬ ਰਾਖੈ ਤਿਉ ਰਹੈ, ਭਾਵ ਰਜਾ ਪਰ ਤੁਰੋ। ਫਿਰ ਇਸ ਪਰ ਪ੍ਰਸ਼ਨ ਹੋਇਆ ਜਾਪਦਾ ਹੈ ਕਿ ਰਜਾ ਦੇ ਰਾਹ ਪਰ ਤੁਰਦਿਆਂ ਮਨ ਤਿਲਕ ਤਿਲਕ ਜਾਂਦਾ ਹੈ, ਕਿਉਂਕਿ ਇਸ ਲੋਭੀ ਕਾ ਜੀਉ ਟਲ ਪਲੈ। ਮਨ ਵਿੱਚ ਲੋਭ ਆਦਿ ਵਸਦੇ ਹਨ। ਲੋਭ ਆਦਿ ਅੰਧਕਾਰ ਹੁੰਦੇ ਹਨ। ਉਸ ਅੰਧਕਾਰ ਵਿੱਚ ਕਿਵੇਂ ਰਜਾ ਦੇ ਰਸਤੇ ਬਿਨਾਂ ਤਿਲਕ ਨੂੰ ਤੁਰ ਸਕੀਏ। ਤਾਂ ਜਾਪਦਾ ਹੈ ਕਿ ਗੁਰੂ ਜੀ ਮੁਸਕਰਾ ਕੇ ਕਹਿ ਰਹੇ ਹਨ, ਦੀਵਾ ਬਾਲ ਲਓ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਆਪ ਫਰਮਾਇਆ ਹੈ ਕਿ ਇੱਥੇ ਜਗਤ ਵਿੱਚ ਰਾਤ ਹੈ, ਜਿਸ ਤਰ੍ਹਾਂ ਉਥੇ ਦੇਹੋ ਐਥੇ ਸਭ ਰਾਤ। ਮਲਾਰ ਮਹੱਲਾ ਪਹਿਲਾ। ਬਿਨ ਤੇਲ ਦੀਵਾ ਕਿਉ ਜਲੈ ਰਹਾਉ। ਇਸ ਕਰਕੇ ਅੰਧਕਾਰ ਦੂਰ ਕਰਨੇ ਲਈ ਦੀਵੇ ਦਾ ਜ਼ਿਕਰ ਕੀਤਾ। ਸੁਣਨੇ ਵਾਲਾ ਆਖਦਾ ਹੈ ਕਿ ਇਸ ਦੀਵੇ ਲਈ ਤੇਲ ਹੈ ਨਹੀਂ, ਦੀਵਾ ਕਿਵੇਂ ਬਲੇ। ਇਸ ਦਾ ਉੱਤਰ ਅੰਕ 2 ਵਿੱਚ ਦਿੱਤਾ ਹੈ। ਹੁਣ ਦੀਵਾ ਕਿਹੜਾ ਹੈ? ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ। ਸੱਚ ਬੂਝਣ ਆਣ ਜਲਾਈਐ। ਕਿਤੇ ਹੋਰ ਥੇ ਸ੍ਰੀ ਗੁਰੂ ਜੀ ਨੇ ਫਰਮਾਇਆ ਹੈ, ਦੀਵਾ ਮੇਰਾ ਏਕ ਨਾਮ। ਉਥੇ ਦੁੱਖ ਵਿੱਚ ਪਾਇਆ ਤੇਲ। ਆਸਾ ਮਹੱਲਾ ਪਹਿਲਾ ਦੱਸਿਆ ਹੈ। ਇੱਥੇ ਧਰਮ ਪੁਸਤਕਾਂ ਦੀ ਦਸੀ ਘਾਲ ਕਮਾਉਣ ਰੂਪੀ ਤੇਲ ਦੱਸਿਆ ਹੈ। ਪਿਛਲੇ ਸ਼ਬਦ ਵਿੱਚ ਜੋ ਵਿਣ ਨਾਵੈ ਕਿਹਾ ਸੀ, ਇੱਥੇ ਹੁਣ ਉਸ ਨਾਮ ਦੇ ਸਹਾਇਕਾਂ ਦਾ ਜ਼ਿਕਰ ਤੇਲ, ਵੱਟੀ, ਅਗਨੀ ਦੇ ਰੂਪਕ ਵਿੱਚ ਕਰਦੇ ਹਨ। ਧਰਮ ਪੁਸਤਕਾਂ ਦਾ ਪੜ੍ਹਨਾ ਜਿਸ ਨਾਲ ਨਾਮ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈ, ਉਹਨਾਂ ਪੁਸਤਕਾਂ ਵਿੱਚ ਦੱਸੇ ਸੰਜਮ ਨਾਮ ਦੀ ਘਾਲ ਨੂੰ ਸਫਲ ਕਰਦੇ ਹਨ। ਫਿਰ ਭਉ ਦੱਸਿਆ ਜਿਸ ਨਾਲ ਸਰੀਰ ਵਿਕਾਰਾਂ ਤੋਂ ਬਚਦਾ ਹੈ ਤੇ ਸੋਤੇ ਵੈਰਾਗ ਕਾਇਮ ਹੋ ਜਾਂਦਾ ਹੈ। ਫਿਰ ਸੱਚ ਬੂਝਣ ਦੱਸਿਆ, ਸੱਚ ਨੂੰ ਸਮਝ ਕੇ ਕਿ ਮੇਰਾ ਜੀਵਨ ਸੱਚ ਦੇ ਆਧਾਰ ਤੇ ਤੁਰੇ।
ਜੀਵਨ ਸੱਚ ਦਾ ਧਾਰਨ ਕਰਨਾ ਸਿਖਾਇਆ ਹੈ। ਸੱਚ ਦਾ ਭਾਵ ਹੈ ਸਤ ਸਰੂਪ ਨੂੰ ਸਮਝ ਲੈਣਾ, ਭਾਵ ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਵਿੱਚ ਰਹਿਣਾ। ਇਸ ਨੂੰ ਅਗਨੀ ਦੱਸਿਆ ਹੈ। ਜੈਸਾ ਕਿ ਵਾਕ ਹੈ, ਗਿਆਨ ਪ੍ਰਚੰਡ ਬਲਿਆ ਘਟ ਚਾਨਣ, ਘਰ ਮੰਦਰ ਸੋਹਾਇਆ, ਸੂਹੀ ਮਹੱਲਾ ਚੌਥਾ। ਫਿਰ ਇਸ ਦੇ ਨਾਲ ਪਦ ਪਿਆ ਹੈ ਆਣ, ਭਾਵ ਲਿਆ ਕੇ। ਲਿਆਈਦਾ ਹੈ ਕਿਸੇ ਤੋਂ, ਆਪਣੇ ਪਾਸੋਂ ਕੱਢਣਾ ਹੋਵੇ ਤਾਂ ਆਣ ਨਹੀਂ ਆਖੀਦਾ, ਸੋ ਭਾਵ ਹੈ ਗੁਰੂ ਤੋਂ ਲਿਆ ਕੇ। ਕਿਉਂਕਿ ਸਤ ਸਰੂਪ ਦਾ ਗਿਆਨ ਤੇ ਸੱਚ ਦੀ ਸੋਝੀ ਗੁਰੂ ਪਾਸ ਹੀ ਹੁੰਦੀ ਹੈ। ਇਹੋ ਤੇਲ ਦੀਵਾ ਇਉ ਜਲੈ, ਕਰ ਚਾਨਣ ਸਾਹਿਬ ਤਉ ਮਿਲੈ ਰਹਾਉ। ਇਹ ਗੁਰੂ ਤੋਂ ਅਗਨੀ ਲੈ ਕੇ ਉਹ ਦੀਵਾ ਬਾਲੀਏ, ਜਿਸ ਤਰ੍ਹਾਂ ਗੁਰ ਗਿਆਨ ਪ੍ਰਚੰਡ ਬਲਾਇਆ, ਅਗਿਆਨ ਅੰਧੇਰਾ ਜਾਏ। ਸ੍ਰੀ ਰਾਗ ਮਹੱਲਾ ਤੀਜਾ। ਇਹੋ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵਕ ਮਾਣੀਆਂ, ਸਭ ਦੁਨੀਆ ਆਵਣ ਜਾਣੀਆਂ। ਹੁਣ ਅੰਕ 3 ਤੇ 4 ਵਿੱਚ ਫਲ ਦੱਸਦੇ ਹਨ। ਉੱਪਰ ਦਸੀ ਕਾਲ ਦਾ ਤ੍ਰੈ ਸਮੇਂ ਲੈਂਦੇ ਹਨ, ਇੱਕ ਦੁਨੀਆ ਵਿੱਚ ਵਸਣੇ ਦਾ, ਇੱਕ ਮਰਨ ਕਾਲ ਦਾ, ਇੱਕ ਪ੍ਰਲੋਕ ਵਿੱਚ ਪਹੁੰਚਣੇ ਦਾ। ਦੁਨੀਆ ਵਿੱਚ ਤਾਂ ਦੱਸਦੇ ਹਨ ਸੇਵ ਕਮਾਈਐ, ਵਾਹਿਗੁਰੂ ਦੀ ਸੇਵਾ ਹੈ ਨਾਮ ਅਰਾਧਨ। ਵਾਹਿਗੁਰੂ ਸੇਵਾ ਬਾਬਤ ਵਾਕ ਹੈ, ਨਿਧ ਨਿਧਾਨ ਨਾਨਕ ਹਰ ਸੇਵਾ, ਅਰਵਰ ਸਿਆਨਪ ਸਗਲ ਅਕਾਥ। ਬਿਲਾਵਲ ਮਹੱਲਾ ਪੰਜਵਾ। ਇਸ ਤੋਂ ਸਮਝ ਪਈ ਕਿ ਸਕਾਰਥ ਜੀਵਨ ਹੈ ਹਰੀ ਸੇਵਾ ਦਾ ਜੀਵਨ। ਇਸ ਕਰਕੇ ਫਰਮਾਇਆ, ਵਿੱਚ ਦੁਨੀਆ ਸੇਵ ਕਮਾਈਐ, ਤਾ ਦਰਗਹਿ ਬੈਸਨ ਪਾਈਐ, ਕਹੋ ਨਾਨਕ ਬਾਹ ਲੁਡਾਈਐ। ਤਾਂ ਜੀਵਨ ਸਕਾਰਥਾ ਹੋ ਗਿਆ। ਸੋ ਇਸ ਦਾ ਪਹਿਲਾ ਫਲ ਇਹ ਲੱਗਾ। ਦੂਜਾ, ਮਰਨ ਕਾਲ ਵੇਲੇ ਕਮਾਈ ਹੋਈ ਹਰੀ ਸੇਵਾ ਦਾ ਫਲ ਸੁਖ ਹੋਵੇਗਾ। ਹਰੀ ਸੇਵਾ ਵਾਲੇ ਦਾ ਹਿਰਦਾ ਉਸ ਵੇਲੇ ਤਸੱਲੀ ਵਿੱਚ ਤੇ ਸੁਖੀ ਵਿੱਚ ਹੋਵੇਗਾ। ਹਿਰਦੇ ਵਿੱਚ ਘਬਰਾ ਤੇ ਸੰਤਾਪ ਕੋਈ ਨਹੀਂ ਹੋਵੇਗਾ। ਸੁਖ ਹੋਵੈ ਸੇਵ ਕਮਾਣੀਆਂ, ਕੀਤੀ ਹੋਈ ਹਰੀ ਸੇਵਾ ਦਾ ਸੁਖ ਹੋਵੇਗਾ। ਤੀਸਰਾ ਫਲ, ਦਰਗਾਹ ਵਿੱਚ ਥਾਂ ਮਿਲੇਗੀ। ਦਰਗਾਹ ਤੋਂ ਮੁਰਾਦ ਵਾਹਿਗੁਰੂ ਜੀ ਦਾ ਦਰਬਾਰ ਹੈ। ਉਸ ਰੂਪ ਰੇਖ ਤੋਂ ਨਿਆਰੇ ਦੀ ਹਜ਼ੂਰੀ ਹੈ। ਉਥੇ ਬਾਹ ਲੁਡਾਈ ਵਾਲੀ ਖੁਸ਼ ਅਵਸਥਾ ਪ੍ਰਾਪਤ ਹੋਵੇਗੀ। ਡਾਢੀ ਖੁਸ਼ੀ ਵਿੱਚ ਮੱਤਿਆ ਪੁਰਖ ਬਾਹਾਂ ਲੁਡਾ ਲੁਡਾ ਕੇ, ਲਾੜ ਨਾਲ ਉਲਾਰ ਉਲਾਰ ਕੇ ਤੁਰਦਾ ਹੈ। ਭਾਵ ਹੈ ਕਿ ਆਤਮ ਆਨੰਦ ਦਾ ਹੁਲਾਰਾ ਪ੍ਰਾਪਤ ਹੋਵੇਗਾ। ਨਿਰੋਕਤ। ਅਛਲ ਦਾ ਭਾਵ ਹੈ ਜੋ ਛਲ ਵਿੱਚ ਨਾ ਆਉਣ, ਨਾ ਛਲੇ ਜਾ ਸਕਣ ਵਾਲੇ। ਬ੍ਰਹਮਾ ਆਦਿ ਦੇਵਤੇ ਜੋ ਬਲੀ ਹਨ ਤੇ ਛਲ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਵੀ ਜੋ ਛਲ ਲੈਣੇ ਵਾਲੀ ਹੈ। ਅਛਲ ਪਦ ਬਹੁਵਚਨ ਹੈ। ਛਲਾਈ ਦਾ ਭਾਵ ਹੈ ਛਲ ਲੈਣ ਵਾਲੀ। ਭਾਵ ਮਾਇਆ, ਠੱਗਣੀ ਇਸਤਰੀ ਲਿੰਗ ਹੈ। ਨਹਿ ਛਲੇ ਦਾ ਭਾਵ ਹੈ ਉਹ ਮੈਨੂੰ ਨਾ ਛਲੇ। ਅਭਿਲਾਖ ਹੈ ਕਿ ਕਿਵੇਂ ਮੈਨੂੰ ਨਾ ਛਲੇ। ਸੰਪਰਦਾ ਵਿੱਚ ਇਉਂ ਵੀ ਲਾਉਂਦੇ ਹਨ, ਮਾਇਆ ਆਪ ਅਛਲ ਹੈ, ਭਾਵ ਛਲਣ ਵਿੱਚ ਨਹੀਂ ਆਉਂਦੀ। ਛਲਾਈ ਨਹਿ, ਭਾਵ ਉਹ ਕਿਸੇ ਤੋਂ ਛਲਾਈ ਨਹੀਂ ਜਾ ਸਕਦੀ। ਪਰ ਛਲੈ, ਉਹ ਹੋਰਨਾਂ ਨੂੰ ਛਲ ਲੈਂਦੀ ਹੈ। ਨਾ ਹੀ ਇਸ ਮਾਇਆ ਨੂੰ ਕੋਈ ਕਟਾਰੇ ਦਾ ਜ਼ਖਮ ਲਾ ਸਕਦਾ ਹੈ। ਜਿਵੇਂ ਇਸ ਨੂੰ ਸਾਹਿਬ ਰੱਖਦਾ ਹੈ ਤਿਵੇਂ ਰਹਿੰਦੀ ਹੈ। ਪਰ ਇਸ ਜੀਵ ਦਾ ਮਨ ਮਾਇਆ ਦੇ ਅਸਰ ਨਾਲ ਟਲ ਪਲੈ, ਪਲ ਪਲ ਵਿੱਚ ਥਿੜਕਦਾ ਰਹਿੰਦਾ ਹੈ, ਜਾਂ ਪਲ ਪਲ ਵਿੱਚ ਮਾਇਆ ਦੇ ਵਿਖੇ ਲੱਗਦਾ ਰਹਿੰਦਾ ਹੈ। ਇਉਂ ਵੀ ਯਤਨ ਹੁੰਦਾ ਹੈ। ਗੁਰਮੁਖ ਨੂੰ ਇਹ ਛਲ ਲੈਣ ਵਾਲੀ ਮਾਇਆ ਨਹੀਂ ਛਲ ਸਕਦੀ। ਉਹ ਛਲ ਹੈ, ਛਲਿਆ ਨਹੀਂ ਜਾਂਦਾ। ਨਾ ਹੀ ਇਹ ਛਲਣੀ ਉਸ ਨੂੰ ਕਟਾਰੇ ਦਾ ਘਾਉ ਲਾ ਸਕਦੀ ਹੈ। ਉਹ ਗੁਰਮੁਖ ਇਸ ਤਰ੍ਹਾਂ ਮਾਲਕ ਰੱਖੇ ਉਸੇ ਤਰ੍ਹਾਂ ਰਹਿੰਦੇ ਹਨ। ਅਰਥਾਤ ਉਸ ਨੂੰ ਸਾਈਂ ਜਿਵੇਂ ਰੱਖਦਾ ਹੈ ਉਸੇ ਤਰ੍ਹਾਂ ਰਹਿੰਦਾ ਹੈ। ਮਨ ਦੀ ਮਤ ਕੋਈ ਨਹੀਂ ਕਰਦਾ। ਪਰ ਇਹ ਜੋ ਲੋਭੀ ਜੀਵ ਹੈ, ਇਸ ਦਾ ਮਨ ਮਾਇਆ ਪ੍ਰਭਾਵ ਨਾਲ ਪਲ ਪਲ ਵਿੱਚ ਥਿੜਕਦਾ ਰਹਿੰਦਾ ਹੈ। ਕਿਉਂਕਿ ਇਸ ਨੂੰ ਹਨੇਰਾ ਹੈ ਤੇ ਤੇਲ ਹੈ ਨਹੀਂ, ਦੀਵਾ ਕੀਕੂ ਬਲੇ। ਸਾਰੇ ਯਤਨਾਂ ਵਿੱਚ ਇਹ ਗੱਲਾਂ ਇੱਕੋ ਰਹਿੰਦੀਆਂ ਹਨ। ਮਾਇਆ ਛਲਣੇ ਵਾਲੀ ਹੈ। ਇਸ ਤੋਂ ਬਚਣੇ ਦਾ ਦਾਰੂ ਹੈ ਰਜਾ। ਰਜਾ ਤੇ ਲੋਭ ਦਾ ਹਨੇਰਾ ਨਹੀਂ ਤੁਰਨ ਦਿੰਦਾ, ਉਸ ਲਈ ਚਾਨਣ ਦੀ ਲੋੜ ਹੈ।
ਚਾਨਣ ਮਿਲਦਾ ਹੈ ਨਾਮ ਤੋਂ। ਨਾਮ ਦੇ ਸਹਾਇਕ ਹਨ ਸੁਆਧਿਆਏ, ਭਾਵ ਸ਼ਾਸਤਰਾਂ ਦਾ ਪੜ੍ਹਨਾ, ਵਿਚਾਰਨਾ, ਮੁਤਾਲਿਆ, ਭਉ ਵੈਰਾਗ, ਸਤ ਗਿਆਨ, ਫਲ ਹੈ ਅੰਤ ਸਮੇਂ ਸ਼ਾਂਤੀ ਸੁਖ। ਮਰ ਕੇ ਹਜ਼ੂਰੀ ਵਾਸਤੇ ਹਜ਼ੂਰੀ ਵਾਸ ਦਾ ਆਨੰਦ। ਕਟਾਰਾ ਦਾ ਭਾਵ ਹੈ ਇੱਕ ਦੋ ਧਾਰਾ ਛੋਟਾ ਹਥਿਆਰ ਹੈ, ਉਸ ਨੂੰ ਕਟਾਰ ਆਖਦੇ ਹਨ। ਕਟਾਰਾ ਉਸ ਦਾ ਵਡੇਰਾ ਰੂਪ ਦੱਸਣ ਲਈ ਵਰਤਿਆ ਗਿਆ ਹੈ। ਟਲ ਪਲੈ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਧਾਤੂ ਟਲ ਭਾਵ ਘਬਰਾਉਣਾ, ਹਿੰਦੀ ਵਿੱਚ ਟਲਣਾ ਭਾਵ ਟਿਕਾਣੇ ਤੋਂ ਖਿਸਕ ਜਾਣਾ, ਪੁਰਾਤਨ ਪੰਜਾਬੀ ਵਿੱਚ ਟਲ ਪਲਣਾ ਆਪਣੇ ਟਿਕਾਣੇ ਤੋਂ ਖਿਸਕ ਪੈਣਾ, ਮਨ ਦਾ ਚਲਾਈਮਨ ਹੋ ਜਾਣਾ। ਪੋਥੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪੁਸਤਕ, ਪ੍ਰਾਕਿਰਤੀ ਵਿੱਚ ਪੋਥਤ, ਪੰਜਾਬੀ ਵਿੱਚ ਪੋਥੀ। ਪੋਥੀ ਭਾਵ ਕਿਤਾਬਾਂ, ਧਾਰਮਿਕ ਪੁਸਤਕਾਂ। ਇੱਥੇ ਇਸ ਦਾ ਅਰਥ ਕੋਈ ਪੋਥੀ ਨਹੀਂ ਹੋ ਸਕਦਾ, ਕਿਉਂਕਿ ਪਰਮਾਰਥ ਦਾ ਉਪਦੇਸ਼ ਹੈ ਤੇ ਉਸ ਦੀ ਸਿੱਖਿਆ ਨੇ ਗਿਆਨ ਮਾਰਗ ਤੇ ਤੋਰਨਾ ਹੈ। ਇਸ ਲਈ ਧਾਰਮਿਕ ਪੁਸਤਕ ਜਾਂ ਸਤ ਸ਼ਾਸਤਰ ਮੁਰਾਦ ਹੈ। ਪੋਥੀਆਂ ਤਾਂ ਨਾਸਤਿਕਤਾ ਦੇ ਵਿਵਚਾਰਦੀਆਂ ਵੀ ਹਨ। ਪੁਰਾਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪ੍ਰਾਣ, ਪੁਰਾਤਨ, ਪੁਰਾਣੀ ਚਿਰੰਕਾਲ ਤੋਂ ਚਲੀ ਆਈ। ਪੁਰਾਣੀ ਕਥਾ, ਪਰੰਪਰਾ ਤੋਂ ਚਲੇ ਆਏ ਪ੍ਰਸੰਗਾਂ ਦੇ ਗ੍ਰੰਥ, ਜਿਨ੍ਹਾਂ ਵਿੱਚ ਧਾਰਮਿਕ ਹਿੰਦੂਆਂ, ਰਾਜਿਆਂ ਆਦਿ ਦੇ ਹਾਲ ਤੇ ਧਰਮ ਦੇ ਕੋਈ ਅੰਗ ਨਿਰੂਪਣ ਕੀਤੇ ਹੋਣ ਤੇ ਉਪਦੇਸ਼ ਆਦਿ ਹੋਣ। ਹਿੰਦੂਆਂ ਦੇ ਇਤਿਹਾਸਕ ਗ੍ਰੰਥ ਜੋ 18 ਹਨ, ਜਿਨ੍ਹਾਂ ਵਿੱਚ ਸਨਾਤਨ ਕਥਾ ਤੇ ਹੋਰ ਕਈ ਧਰਮ ਦੇ ਇਤਿਹਾਸ ਦੇ ਵਿਸ਼ੇ ਲਿਖੇ ਹਨ। ਧਰਮ ਕਥਾ ਵਾਲੇ ਪੁਰਾਣੇ ਗ੍ਰੰਥ। ਇੱਥੇ ਕਿਸੇ ਇੱਕ ਪੁਰਾਣ ਦਾ ਤਾਤਪਰਜ ਨਹੀਂ, ਨਾ 18 ਹਿੰਦੂ ਪੁਰਾਣਾਂ ਤੋਂ ਭਾਵ ਹੈ, ਕਿਉਂਕਿ ਜੈਨੀਆਂ ਦੇ ਵੀ 24 ਪੁਰਾਣ ਹਨ, ਬੋਧੀਆਂ ਦੇ ਵੀ 9 ਪੁਰਾਣ ਹਨ। ਇੱਥੇ ਤਾਤਪਰਜ ਹੈ ਕਿ ਉਹ ਕੋਈ ਪੁਰਾਣਕ ਪੁਸਤਕ ਜਿਸ ਵਿੱਚੋਂ ਪਰਮਾਰਥ ਭਗਤੀ ਭਾਵ ਦੀ ਰਹਿਨੁਮਾਈ ਮਿਲੇ, ਚਾਹੋ ਕੋਈ ਹੋਵੇ। ਸੱਚ ਦਾ ਭਾਵ ਹੈ ਸੱਚ, ਸਤ, ਸੱਚ ਸਰੂਪ ਪਰਮਾਤਮ ਦੇਵ। ਬੂਝਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਬੁੱਧ ਭਾਵ ਜਾਣਨਾ, ਪ੍ਰਾਕਿਰਤੀ ਵਿੱਚ ਬੁਝਜ ਭਾਵ ਜਾਣਨਾ, ਹਿੰਦੀ ਵਿੱਚ ਬੂਝਣਾ, ਪੰਜਾਬੀ ਵਿੱਚ ਬੁੱਝਣਾ। ਬੁੱਝਣਾ ਤੋਂ ਸਮਝ, ਗਿਆਤ, ਠੀਕ ਤਰ੍ਹਾਂ ਅਨੁਭਵ ਕਰ ਲੀਤਾ ਗਿਆ ਬੋਧ, ਗਿਆਨ। ਬਾਣੀਆਂ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਵਾਣਿਜ, ਪ੍ਰਾਕਿਰਤੀ ਵਿੱਚ ਬਣਿਆ, ਪੰਜਾਬੀ ਵਿੱਚ ਬਾਣੀਆਂ, ਵਪਾਰ ਕਰਨ ਵਾਲੀ ਇੱਕ ਪ੍ਰਸਿੱਧ ਜਾਤ। ਹਿਸਾਬ ਲੇਖੇ ਪੱਤੇ ਵਿੱਚ ਹੁਸ਼ਿਆਰ ਹੋਣ ਕਰਕੇ ਗੁਰਬਾਣੀ ਵਿੱਚ ਧਰਮ ਰਾਜ ਨੂੰ ਵੀ ਬਾਣੀਆਂ ਕਿਹਾ ਗਿਆ ਹੈ। ਜਾਮ ਇਸ ਪਦ ਦੇ ਹੋਰ ਹੋਰ ਅਰਥ ਲਾ ਕੇ ਹੋਰ ਹੋਰ ਅਰਥ ਕੀਤੇ ਜਾਂਦੇ ਹਨ। ਬਾਣੀਆਂ ਤੋਂ ਬਾਣੀ ਭਾਵ ਲੀਤਾ, ਬਚਨ, ਉਪਦੇਸ਼। ਇਸ ਤਨ ਨੂੰ ਲੱਗ ਜਾਵੇ ਸਤ ਉਪਦੇਸ਼। ਬਾਣੀਆਂ ਤੋਂ ਬਾਣ ਭਾਵ ਤੀਰ, ਗੁਰਾਂ ਦਾ ਉਪਦੇਸ਼ ਰੂਪੀ ਤੀਰ ਲੱਗੇ, ਜਾਂ ਪ੍ਰੇਮ ਰੂਪੀ ਤੀਰ ਆ ਵਿੰਨੇ, ਜਾਂ ਮਨ ਨੂੰ ਵਾਸ਼ਨਾ ਰੂਪੀ ਤੀਰ ਜਾਂ ਕਾਨੀਆਂ ਲੱਗ ਰਹੀਆਂ ਹਨ। ਇਹਨਾਂ ਅਰਥਾਂ ਵਿੱਚ ਸਰੀਰ ਵਿੱਚ ਉਪਦੇਸ਼ ਜਾਂ ਪ੍ਰੇਮ ਆ ਲੱਗੇ ਦਾ ਭਾਵ ਹੈ, ਪਰ ਸਰੀਰ ਵਿੱਚ ਭਉ ਲੱਗੇ ਪਹਿਲਾਂ ਫਰਮਾਏ ਹਨ। ਜਿਸ ਤਰ੍ਹਾਂ ਭਉ ਵੱਟੀ ਇਤ ਤਨ ਪਾਈਐ, ਸਾਧਨ ਪੱਖ ਵਿੱਚ ਸਰੀਰ ਵਿੱਚ ਭਉ ਧਾਰਨ ਕਰੋ ਉਪਦੇਸ਼ ਹੋ ਚੁੱਕਾ ਹੈ। ਹੁਣ ਫਲ ਦਾ ਵਿਸ਼ਾ ਤੁਰ ਪਿਆ ਹੈ ਕਿ ਸੁੱਖ ਹੋਵੇਗਾ ਫਲ ਵਿੱਚ ਤੈਨੂੰ ਕਦੋਂ, ਜਦੋਂ ਆ ਕੇ ਲੱਗੇਗਾ ਬਾਣੀਆਂ। ਬਾਣੀ ਪਦ ਜਿਸ ਤੋਂ ਭਾਵ ਉਪਦੇਸ਼ ਲੈਂਦੇ ਹਨ, ਉਹ ਇਸਤਰੀ ਲਿੰਗ ਹੈ ਤੇ ਬਾਣੀਆਂ ਪਦ ਕਦੇ ਧੀਰ ਵਾਸਤੇ ਵਰਤਿਆ ਸੁਣਿਆ ਨਹੀਂ। ਜੇ ਅਰਥ ਕਾਨੀਆਂ ਕਰੋ ਤਾਂ ਵੀ ਉਹ ਇਸਤਰੀ ਲਿੰਗ ਹੈ। ਬਾਣੀਆਂ ਦਾ ਅਰਥ ਬਾਣੀਆਂ ਤੇ ਭਾਵ ਧਰਮਰਾਜ ਜਾਂ ਜਮ। ਇਹ ਕਰਨ ਵਿੱਚ ਪਦ ਬਾਣੀਆਂ ਸਾਂਗੋ ਪਾਂਗ ਰਹਿੰਦਾ ਹੈ ਤੇ ਆਪਣਾ ਅਰਥ ਦੇ ਜਾਂਦਾ ਹੈ, ਪਰ ਬਾਣੀ, ਬਾਣ ਆਦਿ ਅਰਥ ਕਰਨ ਵਿੱਚ ਪਦ ਬਾਣੀਆਂ ਨੂੰ ਬਾਣੀ ਤੇ ਬਾਣ ਵਿੱਚ ਸੰਖੇਪ ਕਰਨਾ ਪੈਂਦਾ ਹੈ।